आप ही बख्शिश करके ये सेवा लै लैन। 26 नंबर पौड़ी तो पाठ की आरंभता होने जा रही है जी। आओ बाणी नाल जुड़िए। अमूल गुण अमूल व्यापार, अमूल व्यापारिये अमूल भंडार। अमूल गुण अमूल व्यापार, अमूल व्यापारिये अमूल भंडार। अमूल आवे अमूल्य जाहि, अमूल पाए अमूला समाहि। अमूल पाए अमूल्य जाए, अमूल पाए अमूला समाहि। अमूल करम अमूल दीवान, अमूल तुल अमूल परवान। अमूल धर्म अमूल दीवान, अमूल दल अमूल परवान। अमूल बख्शीश अमूल निशान, अमूल करम अमूल कुर्बान। अमूलो अमूल आख्या न जाए, आख आख रहे लिवलाए। आखें वेद पाठ पुराण, आखें पढ़े करें वख्यान। आखें वेद पाठ पुराण, आखें पढ़े करे बख्यान। आखें बरमे आखें इंद, आखें गोपी तय गोविंद। आखें वर में आखें इंद, आखें गोपी तय गोविंद। आखें ईश्वर आखें सिद्ध, आखें कीते कीते बुद्ध। आखें ईश्वर आखें सिद्ध, आखें केते कीते बुद्ध। आखें दानव आखें देव, आखें सुंदर मुंजन सेव। आखें दानव आखें देव, आखें सुर नर मुंजन से। केते आखें आखण पाही, केते कह कह उठ उठ जाही। केते आखें आखण पाए, केते कह कह उठ उठ जाए। केते कीते होर करे, ता आख न सखे के की। केते कीते होर करे, तम आख न सके के। जे वड पावे ते वड होए, नानक जाने साचा सोए। जीवन भावे ते वड होए, नानक जाने साचा सोए। जे को आखे बोल बिगाड़, ता लिखिए सिर गावारा गावार। जेको आखे बोल विकार, ता लिखिए सिर गावारा गावार। मनुख के जीवन की एक कमजोरी है, वो हर चीज नूं ओदी कीमत के हिसाब के नाल देखदा है। कोई भी चीज़ होवे, इत्थों तक जदों रिश्ता निभाउण की गल भी आउंदी है ना, वो ਉਹਦੇ ਨਾਲ रिश्ता जोड़न का यतन करता है जिहदे कोल रुपए पैसे ज़्यादा होण। कहण दा भाव साडे लई हर एक चीज़ जिहड़ी है ना, वो मुੱਲ ਦੇ आधार ਦੇ ਉੱਤੇ है। ਤੁਸੀਂ ਵੇਖੋ ਕਦੇ ਸੋਚੋ, ਕੋਈ ਮਿੱਤਰ ਸਾਡੇ ਜਨਮ ਦਿਹਾੜੇ ਦੇ ਉੱਤੇ ਕੋਈ ਤੋਹਫਾ ਦੇਵੇ, ਅਸੀਂ ਉਸ ਤੋਹਫੇ ਦੇ ਵਿੱਚ ਉਹਦਾ ਪਿਆਰ ਛੁਪਿਆ ਹੋਇਆ ਨਾ, ਉਹ ਨਹੀਂ ਵੇਖ ਪਾਉਂਦੇ। ਕੀ ਵੇਖਦੇ ਆ ਭਲਾ? ਉਹਨੇ ਕੀ ਦਿੱਤਾ? ਲੈ ਐਡੀ ਸਸਤੀ ਜੀ ਚੀਜ਼ ਦੇ ਦਿੱਤੀ ਉਸਨੇ। ਤੇ ਜੇ ਕੋਈ ਮਹਿੰਗੀ ਚੀਜ਼ ਦੇ ਦੇਵੇ, ਅਸੀਂ ਕਹਿੰਦੇ ਇਹ ਦੋਸਤ ਵਧੀਆ ਹੈ। ਕਿਉਂ? ਅਸੀਂ ਮੁੱਲ ਵੇਖਦੇ ਆ। ਦੂਜੀ ਉਦਾਹਰਨ ਲੈ ਲੈਂਦੇ ਆ। ਸਾਰੀ ਜ਼ਿੰਦਗੀ ਅਸੀਂ ਬਤੀਤ ਕਰਨੀ ਹੈ, ਰਿਸ਼ਤਾ ਜੋੜਨ ਲੱਗੇ ਆ। ਹੁਣ ਰਿਸ਼ਤਾ ਜੋੜਨ ਲੱਗੇ ਆ, ਜੇ ਸਾਹਮਣੇ ਵਾਲਾ ਇਹ ਕਹਿੰਦਾ ਬਹੁਤ ਵਧੀਆ ਰਿਸ਼ਤਾ ਹੈ ਜੀ, ਬੱਚਾ ਅੰਮ੍ਰਿਤਧਾਰੀ ਹੈ, ਅਸੀਂ ਕੀ ਕਹਿੰਦੇ ਆ? ਹੋਰ। ਫਿਰ ਉਹ ਸਾਹਮਣੇ ਵਾਲਾ ਕਵੇ ਜੀ ਨਿਤਨੇਮੀ ਹੈ, 2 ਵਕਤ ਗੁਰਦੁਆਰਾ ਸਾਹਿਬ ਜਾਂਦਾ ਹੈ। ਹੋਰ। ਉਹ ਤੇ 5 ਪਿਆਰਿਆਂ ਵਿੱਚ ਵੀ ਸ਼ਾਮਲ ਹੁੰਦਾ ਹੈ। ਹੋਰ। ਬੜਾ ਮਿੱਠ ਬੋਲਣਾ ਹੈ। ਹੋਰ। ਇਹ ਹੋਰ ਕਿਉਂ ਕਹਿ ਰਹੇ ਆ ਭਲਾ? ਵੀ ਇਹ ਦੱਸੋ ਕਮਾਉਂਦਾ ਕਿੰਨੇ, ਇਹ ਦੱਸੋ ਉਹਦੇ ਕੋਲ ਪੈਸੇ ਕਿੰਨੇ ਆ, ਇਹ ਦੱਸੋ ਉਹਦੇ ਕੋਲ ਕੋਠੀਆਂ ਕਿੰਨੀਆਂ। ਉਦੋਂ
ਉਦੋਂ ਤੱਕ ਸਾਡਾ ਹੋਰ ਨਹੀਂ ਖਤਮ ਹੁੰਦਾ ਜਦ ਤੱਕ ਸਾਹਮਣੇ ਵਾਲਾ ਇਹ ਨਾ ਦੱਸੇ। ਉਹ ਤੋਂ ਉਲਟ ਜੇ ਕੋਈ ਇਹ ਆ ਕੇ ਕਹਿ ਦੇਵੇ ਬੜਾ ਵਧੀਆ ਰਿਸ਼ਤਾ, ਉਹਦੀਆਂ 2 ਫੈਕਟਰੀਆਂ, ਅਰਬਾਂਪਤੀ ਬੰਦਾ ਹੈ, 2 ਉਹਦੇ ਮਹਿਲਾਂ ਵਰਗੇ ਘਰ ਹੈਗੇ ਨੇ, ਸਾਡੇ 32 ਦੇ 32 ਦੰਦ ਦਿਖਣੇ ਸ਼ੁਰੂ ਹੋ ਜਾਂਦੇ ਆ, ਅਸੀਂ ਹੋਰ ਨਹੀਂ ਪੁੱਛਦੇ। ਪਰ ਹੌਲੀ ਹੌਲੀ ਉਹਦੀਆਂ ਗੱਲਾਂ ਕਰਦਾ ਹੈ। ਤੁਹਾਨੂੰ ਪਤਾ ਹੀ ਹੈ ਨਾ ਜੀ, ਅੱਜ ਕੱਲ੍ਹ ਦਾ ਸਟੇਟਸ, ਉੱਠਣਾ ਬੈਠਣਾ ਪੈਂਦਾ ਵੱਡੇ ਲੋਕਾਂ ਵਿੱਚ, ਉਹ ਥੋੜੀ ਬਹੁਤ ਕਦੇ ਡਰਿੰਕ ਕਰ ਲੈਂਦਾ, ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਹਿਲਾਂ ਫੈਕਟਰੀਆਂ ਜੋ ਦਿਖਾਤੀਆਂ ਉਹਨੇ। ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦਾ ਸਮਾਂ ਕਿ ਉਹ ਥੋੜਾ ਬਹੁਤ ਟ੍ਰਿਮ ਕਰਦਾ ਹੈ। ਦੇਖੋ ਸਿੱਧਾ ਨਹੀਂ ਕਹੇਗਾ ਵੀ ਉਹ ਨਸ਼ੇੜੀ ਹੈ ਜਾਂ ਉਹ ਕੇਸ ਕਤਲ ਕਰਾਉਂਦਾ ਹੈ, ਸ਼ਬਦਾਵਲੀ ਅੰਗਰੇਜ਼ੀ ਦੀ ਵਾੜ ਦਿੰਦੇ ਹਾਂ ਅਸੀਂ ਵਿੱਚੋਂ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂ ਭਲਾ? ਅਸੀਂ ਪੈਸਾ ਦੇਖ ਕੇ। ਸਤਿਗੁਰੂ ਜੀ ਸਾਡੀ ਇਸ ਕਮਜ਼ੋਰੀ ਨੂੰ ਜਾਣਦੇ ਨੇ। ਹਜ਼ੂਰ ਕਹਿਣ ਲੱਗੇ ਭਲਿਆ ਰੱਬ ਦੇ ਨਾਲ ਜੁੜਨਾ ਵੀ ਘਾਟੇ ਦਾ ਸੌਦਾ ਨਹੀਂ, ਤੈਨੂੰ ਮੈਂ ਦੱਸਾਂ। ਬਾਕੀ ਚੀਜ਼ਾਂ ਤਾਂ ਕੀਮਤ ਹੋਏਗੀ, ਕਿਸੇ ਦੇ 100 ਰੁਪਏ ਤੇ ਕਿਸੇ ਦੇ ਲੱਖ ਰੁਪਏ ਤੇ ਕਿਸੇ ਦੇ ਕਰੋੜ ਰੁਪਏ, ਪਰ ਤੈਨੂੰ ਦੱਸਣਾ ਚਾਹੁੰਦਾ ਰੱਬ ਨੇ ਉਹ ਗੁਣ ਤੈਨੂੰ ਦੇਣੇ ਹੈ ਨਾ ਜਿਹਦੀ ਕੀਮਤ ਨਹੀਂ ਕੋਈ ਪਾ ਸਕਦਾ। ਅਮੁੱਲ ਗੁਣ, ਰੱਬ ਦੇ ਗੁਣ ਅਮੋਲਕ ਨੇ। ਜੇ ਤੂੰ ਮੁੱਲ ਹੀ ਵੇਖਣਾ ਹੈ ਨਾ, ਆਹ ਤੈਨੂੰ ਮੈਂ ਦੱਸਾਂ, ਮੈਂ ਘਾਟੇ ਦਾ ਸੌਦੇ ਵਾਲੀ ਗੱਲ ਨਹੀਂ ਕਰਨ ਲੱਗਾ। ਰੱਬ ਅਮੁੱਲ ਗੁਣਾਂ ਦਾ ਮਾਲਕ ਹੈ। ਇਹਨਾਂ ਗੁਣਾਂ ਦੇ ਵਪਾਰ ਵੀ ਬੜੇ ਅਮੋਲਕ ਨੇ। ਹੁਣ ਹੀਰਿਆਂ ਦਾ ਵਪਾਰ ਮਹਿੰਗਾ ਹੀ ਹੋਏਗਾ ਨਾ, ਹੁਣ ਰੱਬ ਦੇ ਗੁਣ ਅਮੋਲਕ ਨੇ, ਫਿਰ ਇਹਨਾਂ ਦਾ ਵਪਾਰ ਵੀ ਕੀ ਹੋਏਗਾ? ਅਮੋਲਕ ਹੋਏਗਾ। ਤੇ ਵਪਾਰੀ ਕਿਵੇਂ ਹੋਣਗੇ ਭਲਾ? ਲੱਖਾਂ ਰੁਪਏ ਦਾ ਸੌਦਾ ਖਰੀਦਣ ਵਾਲੇ ਕੌਣ ਹੋਣਗੇ? ਜਿਨ੍ਹਾਂ ਦੀ ਜੇਬ ਦੇ ਵਿੱਚ ਲੱਖਾਂ ਰੁਪਏ ਹੋਣਗੇ। ਐਦੇ ਜੋ ਵਪਾਰੀ ਨੇ, ਭਾਵ ਜੋ ਭਗਤ ਜਨ ਨੇ, ਗੁਰਸਿੱਖ ਜਨ ਨੇ, ਉਹ ਵੀ ਅਮੋਲਕ ਨੇ। ਕਿੰਨੇ ਅਮੋਲਕ ਨੇ? ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਨ ਕੋ ਛਿਪਰੋ ਹੋਇਓ ਲਾਖੀਨਾ। ਉਹਦੇ ਵਪਾਰੀ ਵੀ ਅਮੋਲਕ ਹੋ ਜਾਂਦੇ ਨੇ ਕਿਉਂਕਿ ਰੱਬ ਉਹਨਾਂ ਨੂੰ ਗੁਣ ਦੇ ਦਿੰਦਾ ਹੈ। ਗੁਣਾਂ ਦੇ ਭੰਡਾਰੇ ਵੀ ਅਮੋਲਕ ਹਨ। ਹੁਣ ਅਗਲੀ ਗੱਲ ਦੇਖੋ, ਆਏ ਅਸੀਂ ਵੀ ਹਾਂ, ਜਾਣਾ ਅਸੀਂ ਵੀ ਹੈ। ਕੋਈ ਹੈ ਜੋ ਕਹਿ ਸਕਦਾ ਅਸੀਂ ਨਹੀਂ ਜਾਣਾ? ਜਾਣਾ ਹੈ, ਪਰ ਕੀ ਲੈ ਕੇ ਜਾਣਾ? ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਟੋਕਰੇ ਲੈ ਕੇ ਜਾਣੇ ਆ ਨਾਲ? ਇਕੱਠਾ ਦੱਸੋ ਜੀ ਕੁਛ ਕੀਤਾ? ਇਹਾਂ ਖਾਟ ਚਲੋ ਹਰ ਲਾਹਾ। ਹੁਣ ਜਿਹੜਾ ਹਰੀ ਨਾਮ ਦਾ ਲਾਹਾ ਲੈ ਕੇ ਜਾਏਗਾ ਨਾ, ਉਹ ਹੋਏਗਾ ਅਮੋਲਕ। ਅਮੁੱਲ ਆਵੇ, ਅਮੋਲਕ ਹਨ ਜੋ ਇਸ ਨਾਮ ਨੂੰ ਲੈਣ ਵਾਸਤੇ ਆਉਂਦੇ ਹਨ। ਅਮੁੱਲ ਲੈ ਜਾਹੇ, ਉਹ ਵੀ ਅਮੋਲਕ ਹਨ ਜੋ ਇੱਥੇ ਆ ਕੇ ਪ੍ਰਭੂ ਦੇ ਨਾਮ ਨੂੰ ਲੈ ਕੇ ਚਲੇ ਜਾਂਦੇ ਹਨ। ਅਮੁੱਲ ਭਾਏ, ਭਾਉ ਦਾ ਅਰਥ ਹੈ ਪ੍ਰੇਮ, ਭਾਉ ਵਿੱਚ, ਤੇ ਬਾਣੀ ਦਾ ਸਰੂਪ ਹੋ ਗਿਆ ਭਾਏ, ਕਿਉਂਕਿ ਊੜੇ ਨੂੰ ਸਿਹਾਰੀ ਲੱਗ ਨਹੀਂ ਸਕਦੀ, ਕੀੜੀ ਨੂੰ ਸਿਹਾਰੀ ਲੱਗ ਗਈ। ਪ੍ਰੇਮ ਵਿੱਚ ਕਹਿੰਦੇ ਅਮੋਲਕ ਨੇ ਉਹ ਜੋ ਆ ਕੇ ਰੱਬ ਦੇ ਪ੍ਰੇਮ ਦੇ ਵਿੱਚ ਇੱਥੇ ਜੀਵਨ ਬਤੀਤ ਕਰਦੇ ਨੇ। ਅੰਦਰ ਝਾਤ ਮਾਰੀਏ, ਬਾਣੀ ਪੜ੍ਹਨ ਲੱਗਿਆਂ ਕੋਈ ਪ੍ਰੇਮ ਉਪਜਦਾ ਕਿ ਨਹੀਂ? ਗੁਰਦੁਆਰਾ ਸਾਹਿਬ ਜਾਣ ਲੱਗਿਆਂ ਇਹ ਸਾਡੇ ਅੰਦਰ ਤਾਂਗ ਪੈਦਾ ਹੁੰਦੀ ਹੈ ਕਿ ਮੀਂਹ ਵਸਦਾ ਤੇ ਵਸਦਾ ਰਹੇ, ਚਿੱਕੜ ਹੁੰਦਾ ਤੇ ਹੁੰਦਾ ਰਹੇ, ਝੱਖੜ ਝਾਂਗੀ ਮੀਂਹ ਵਰਸੈ ਹੁੰਦਾ ਰਹੇ। ਪਰ ਮੇਰੇ ਅੰਦਰ ਦੀ ਤਾਨਾ ਇਹ ਹੈ, ਵੀ ਗੁਰ ਦੇਖਣ ਜਾਈ, ਵੀ ਗੁਰ ਦੇਖਣ ਜਾਈ, ਵੀ ਗੁਰ ਦੇਖਣ ਜਾਈ, ਵੀ ਗੁਰ ਦੇਖਣ ਜਾਈ। ਇਹ ਹੁਣ ਪ੍ਰੇਮ ਵਾਲਾ ਬੰਦਾ ਹੀ ਕਹਿ ਸਕਦਾ, ਦੂਜਾ ਨਹੀਂ। ਸਾਡੇ ਵਰਗਾ ਤਾਂ ਤੁਰਿਆ ਤਾਂ ਗੁਰਦੁਆਰਾ ਸਾਹਿਬ ਵੱਲ ਨੂੰ ਹੁੰਦਾ ਹੈ, ਰਾਹ ਦੇ ਵਿੱਚ ਹੀ ਕੋਈ ਬੰਦਾ ਮਿਲ ਜਾਏ, ਉੱਥੇ ਚੱਲੀਏ, ਸਾਡਾ ਰਸਤਾ ਬਦਲ ਜਾਂਦਾ, ਚੱਲ ਚੱਲੀਏ, ਕਿਉਂਕਿ ਪ੍ਰੀਤ ਦੂਜੇ ਪਾਸੇ। ਹਜ਼ੂਰ ਕਹਿੰਦੇ ਜੋ ਪ੍ਰੇਮ ਦੇ ਵਿੱਚ ਆ ਕੇ ਇੱਥੇ ਜੀਵਨ ਬਤੀਤ ਕਰ ਰਹੇ ਅਮੋਲਕ ਹਨ, ਤੇ ਜਿਹੜੇ ਸਮਾ ਜਾਂਦੇ ਹਨ, ਸਮਾ ਹੀ ਜੋ ਰੱਬ ਵਿੱਚ ਸਮਾ ਜਾਂਦੇ ਹਨ। ਸਮਾਏ ਤੇ ਅਸੀਂ ਵੀ ਹੋਏ ਹਾਂ, ਪਰ ਕਿਹਦੇ ਵਿੱਚ? ਵਿਕਾਰਾਂ ਵਿੱਚ, ਔਗਣਾਂ ਦੇ ਵਿੱਚ, ਮੇਰ ਤੇਰ ਦੇ ਵਿੱਚ। ਜੋ ਰੱਬ ਦੇ ਪਿਆਰਕ ਸਮਾ ਗਏ ਉਹਦੇ ਵਿੱਚ ਸਮਾ ਜਾਂਦੇ ਹਨ, ਉਹ ਵੀ ਅਮੋਲਕ ਹਨ। ਅਮੁੱਲ ਧਰਮ, ਅਮੁੱਲ ਦੀਵਾਨ। ਤੁਸੀਂ ਵੇਖੋ ਜਿਹੜੇ ਉੱਪਰ ਸ਼ਬਦ ਆਏ ਉੱਥੇ ਅਮੁੱਲ ਦੇ ਲੱਲੇ ਨੂੰ ਔਂਕੜ ਨਹੀਂ ਹੈ, ਕਿਉਂਕਿ ਉਹ ਵਿਸ਼ੇਸ਼ਣ ਹੈ ਬਹੁਵਚਨਾਂ ਦਾ।
ਗੁਣ ਬਹੁਵਚਨ ਨੇ, ਵਪਾਰ ਬਹੁਵਚਨ ਨੇ, ਵਪਾਰੀ ਬਹੁਵਚਨ ਨੇ, ਭੰਡਾਰ ਬਹੁਵਚਨ ਹੈ। ਇਸ ਕਰਕੇ ਉਹਦੇ ਨਾਲ ਜੋ ਅਮੁੱਲ ਵਿਸ਼ੇਸ਼ਣ ਹੈ ਉਹਦੇ ਲੱਲੇ ਨੂੰ ਔਂਕੜ ਨਹੀਂ, ਕਿਉਂਕਿ ਬਹੁਵਚਨ ਨੂੰ ਔਂਕੜ ਨਹੀਂ ਆਉਂਦੀ। ਪਰ ਅਮੁੱਲ ਧਰਮ, ਇੱਥੇ ਧਰਮ ਨੂੰ ਵੀ ਔਂਕੜ ਹੈ, ਅਮੁੱਲ ਦੇ ਲੱਲੇ ਨੂੰ ਵੀ ਔਂਕੜ ਹੈ, ਕਿਉਂਕਿ ਇੱਕ ਵਚਨ ਹੈ। ਇੱਕ ਵਚਨ ਨੂੰ ਪੁਲਿੰਗ ਨਾਉਨ ਨੂੰ ਵੀ ਔਂਕੜ ਆਉਂਦੀ ਹੈ ਤੇ ਉਹਦੇ ਵਿਸ਼ੇਸ਼ਣ ਨੂੰ ਵੀ ਔਂਕੜ ਆਉਂਦੀ ਹੈ। ਹੁਣ ਰੱਬ ਦਾ ਜਿਹੜਾ ਧਰਮ ਹੈ ਨਾ, ਉਹ ਵੀ ਬੜਾ ਅਮੋਲਕ ਹੈ। ਕਾਨੂੰਨ, ਧਰਮ ਕਿਹਨੂੰ ਕਹਿੰਦੇ ਆ ਭਲਾ? ਕਾਨੂੰਨ, ਨਿਯਮ, ਉਹਦਾ ਫਰਜ਼ ਬੜਾ ਅਮੋਲਕ ਹੈ। ਤੇ ਦੀਵਾਨ, ਉਹਦਾ ਦਰਬਾਰ ਵੀ ਬੜਾ ਅਮੋਲਕ ਹੈ। ਇੱਥੇ ਤੇ ਕਾਨੂੰਨ ਖਰੀਦਿਆ ਜਾਂਦਾ ਹੈ, ਇਹ ਅਮੋਲਕ ਹੈ। ਇੱਥੇ ਤੇ ਲੱਖਾਂ ਰੁਪਏ ਤੇ ਵਿਕਦੇ ਜੱਜ ਵੀ, ਇੱਥੇ ਤੇ ਦਰਬਾਰ ਵੀ ਵਿਕਦੇ ਆ। ਇੱਥੇ ਲੋਕ ਸਰਕਾਰਾਂ ਖਰੀਦ ਲੈਂਦੇ ਆ। ਭਲਾ ਤੂੰ ਰੱਬ ਨੂੰ ਖਰੀਦ ਸਕਦਾ ਹੈ? ਵੀ ਤੂੰ ਮੇਰੇ ਵੱਲੇ ਹੋ ਕੇ ਮੇਰੇ ਹੱਕ ਦਾ ਫੈਸਲਾ ਕਰ ਦੇ। ਮੈਂ ਭਾਵੇਂ ਬਹੁਤ ਕੂੜ ਕੁਸੱਤ ਕਮਾਇਆ, ਪਰ ਤੂੰ ਮੇਰੇ ਹੱਕ 'ਚ ਫੈਸਲਾ ਕਰ ਦੇ ਨਾ। ਉਹਦਾ ਫਰਜ਼ ਵੀ ਅਮੋਲਕ ਹੈ, ਉਹਦਾ ਦਰਬਾਰ ਵੀ ਅਮੋਲਕ ਹੈ। ਹੇਰਾ ਫੇਰੀ ਨਹੀਂ ਹੋਣੀ ਉੱਥੇ। ਅਮੁੱਲ ਤੁਲ, ਤੁਲ ਦਾ ਅਰਥ ਹੈ ਤੁਲਾ, ਕੰਡਾ, ਤੱਕੜੀ, ਜਿਹਦੇ ਨਾਲ ਤੋਲਿਆ ਜਾਂਦਾ ਹੈ, ਅਮੋਲਕ ਹੈ। ਇੱਥੇ ਤੇ ਹੇਰਾ ਫੇਰੀ ਬਹੁਤ ਨੇ ਕਰਨ ਵਾਲੇ। ਦਿਖੇਗਾ ਵੀ ਭਾਈ ਨੇ ਜ਼ਿਆਦਾ ਤੋਲ ਦਿੱਤਾ, ਪਤਾ ਲੱਗਿਆ ਵੀ 100 ਗ੍ਰਾਮ ਤੇ ਘੱਟ ਹੀ ਹੈ। ਕਿਉਂ? ਉਹਦੇ ਕੰਡੇ ਵਿੱਚ ਹੀ ਫਰਕ ਹੈ। ਪਰ ਰੱਬ ਨੇ ਜਦੋਂ ਤੋਲਣਾ ਹੈ ਨਾ, ਉਹ ਅਮੋਲਕ ਕੰਡਾ ਹੈ। ਇਹ ਨਹੀਂ ਹੋ ਸਕਦਾ ਕਿ ਮੇਰਾ ਕੋਈ ਐਬ ਉਹਦੀ ਪਕੜ ਵਿੱਚ ਨਾ ਆਵੇ, ਮੇਰੀ ਕੋਈ ਘਾਟ ਉਹਦੀ ਪਕੜ ਵਿੱਚ ਨਾ ਆਵੇ। ਬਿਲਕੁਲ ਪਕੜ ਵਿੱਚ ਆਏਗੀ। ਭਗਤ ਰਵਿਦਾਸ ਜੀ ਪਤਾ ਕੀ ਕਹਿੰਦੇ? ਕਹੁ ਰਵਿਦਾਸ ਪਇਓ ਜਬ ਲੇਖੋ, ਕਹੁ ਰਵਿਦਾਸ ਪਇਓ ਜਬ ਲੇਖੋ, ਕਹੁ ਰਵਿਦਾਸ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਕੋਈ ਭੁਲੇਖਾ ਨਹੀਂ ਉੱਥੇ। ਜੋ ਜੋ ਮੈਂ ਕੀਤਾ ਸੀ ਨਾ, ਇੱਕਦਮ ਸਾਹਮਣੇ ਆ, ਉਹਦੇ ਮੁਤਾਬਕ ਹੈ। ਆਪੇ ਬੀਜ ਆਪੇ ਹੀ ਖਾਹ ਵਾਲੀ ਕਸਵੱਟੀ ਤੇ ਆ। ਉਹਦਾ ਕਾਰਨ ਕਿਉਂ ਹੈ? ਉਹਦਾ ਤੁਲਾ ਜਿਹੜਾ ਹੈ ਨਾ, ਉਹਦੀ ਤੱਕੜੀ ਜਿਹੜੀ ਹੈ, ਉਹਦਾ ਕੰਡਾ ਜਿਹੜਾ, ਉਹ ਵੀ ਬੜਾ ਅਮੋਲਕ ਹੈ, ਜਿੱਥੇ ਤੋਲਿਆ ਜਾਂਦਾ ਸਭ ਨੂੰ। ਤੇ ਪ੍ਰਮਾਣ ਦਾ ਅਰਥ ਦਾ ਵੱਟਾ। ਕਈ ਵਾਰੀ ਤਕੜੀ ਠੀਕ ਹੁੰਦੀ, ਵੱਟੇ ਜੀ ਨੁਕਸ ਹੁੰਦਾ ਨਾ। ਪੈਮਾਨਾ ਜਿਹਦੇ ਨਾਲ ਮੇਰੇ ਮਾਲਕ ਨੇ ਸਾਨੂੰ ਵੇਖਣਾ ਨਾ ਵੀ ਇਹ ਸ਼ੁੱਧ ਹੈ ਕਿ ਇਹ ਖੋਟਾ ਹੈ, ਉਹ ਵੀ ਬੜਾ ਅਮੋਲਕ ਹੈ। ਫਿਰ ਹਜ਼ੂਰ ਕਹਿਣ ਲੱਗੇ ਉਹਦੀ ਬਖਸ਼ਿਸ਼ ਤੇ ਉਹਦੀ ਬਖਸ਼ਿਸ਼ ਦਾ ਨਿਸ਼ਾਨ, ਕਿਉਂਕਿ ਮੇਰੇ ਵਰਗਾ ਬੰਦਾ ਕਹਿ ਸਕਦਾ ਭਾਈ ਉਹ ਤੇ ਅਮੁੱਲ ਹੈ, ਮੈਂ ਵਪਾਰ ਕਿਵੇਂ ਕਰਾਂ? ਮੈਂ ਤੇ ਕੰਗਲਾ ਹੈ ਨਾ। ਹੁਣ ਹਜ਼ਾਰਾਂ ਰੁਪਏ ਦੀ ਚੀਜ਼ ਕੌਣ ਖਰੀਦੇਗਾ? ਜਿਹਦੇ ਕੋਲ ਹਜ਼ਾਰਾਂ ਰੁਪਏ ਹੋਣ। ਕਰੋੜਾਂ ਰੁਪਏ ਦੀ ਚੀਜ਼ ਕੌਣ ਖਰੀਦੇਗਾ? ਜਿਹਦੇ ਕੋਲ ਕਰੋੜਾਂ ਰੁਪਏ ਹੋਣ। ਪਰ ਰੱਬ ਦੇ ਗੁਣ ਅਮੋਲਕ, ਪਰ ਮੈਂ ਤੇ ਕੰਗਲਾ ਹੀ ਹੈ ਨਾ, ਮੈਂ ਕਿਵੇਂ ਵਪਾਰੀ ਬਣਾਂਗਾ ਉਸ ਦਾ? ਹਜ਼ੂਰ ਕਹਿਣ ਲੱਗੇ ਚਿੰਤਾ ਨਾ ਕਰ ਤੂੰ। ਉਹ ਐਸਾ ਸ਼ਾਹੂਕਾਰ ਹੈ ਨਾ, ਉਹਨੇ ਤੇਰੇ ਕੋਲੋਂ ਕੀਮਤ ਨਹੀਂ ਲੈਣੀ। ਤੂੰ ਉਹਦੇ ਦਰਬਾਰ ਤੇ ਜਾ ਕੇ ਸਹੀ, ਉਹਨੇ ਬਖਸ਼ਿਸ਼ ਦੇ ਵਿੱਚੋਂ ਹੀ ਤੈਨੂੰ ਇਹ ਗੁਣ ਦੇ ਦੇਣਾ। ਉਹ ਤਾਂ ਐਸਾ ਸ਼ਾਹੂਕਾਰ ਹੈ, ਐਸਾ ਦਾਤਾ ਹੈ, ਉਹ ਬਦਲੇ ਵਿੱਚ ਕੁਝ ਚਾਹੁੰਦਾ ਨਹੀਂ ਹੈ। ਬਦਲੇ ਵਿੱਚ ਕੁਝ ਚਾਹੁੰਦਾ ਨਹੀਂ ਹੈ। ਉਹ ਤੇ ਭਲਿਆ ਜੇ ਕੋਈ ਸ਼ਰਧਾ ਭਾਵਨਾ ਵਿੱਚ ਆ ਕੇ 1 ਟਕਾ ਵੀ ਰੱਖ ਦੇਵੇ ਤੇ 1 ਟਕਾ ਰੱਖ ਕੇ ਦਾਤਿਆ ਮੇਰਾ ਜਨਮ ਮਰਨ ਕੱਟ ਦੇ। ਹੁਣ ਤਾਂ ਵੇਖਣਾ ਪਿਆਰ ਕਿੰਨਾ ਹੈ। ਨਹੀਂ ਵੀ ਹੈ, ਉਹ ਹੱਥ ਜੋੜ ਕੇ ਕਹਿ ਦੇਵੇ ਦਾਤਿਆ ਕਿਰਪਾ ਕਰ। ਉਹਨੇ ਇਹ ਨਹੀਂ ਵੇਖਣਾ ਵੀ ਖਾਲੀ ਹੱਥ ਆਇਆ, ਉਹਨੇ ਤੇ ਬਖਸ਼ਿਸ਼ ਕਰ ਦੇਣੀ ਹੈ। ਉਹਦੀ ਬਖਸ਼ਿਸ਼ ਤੇ ਉਹਦੀ ਬਖਸ਼ਿਸ਼ ਦਾ ਨਿਸ਼ਾਨ ਜਿਹੜਾ ਹੈਗਾ, ਬਖਸ਼ਿਸ਼ ਦਾ ਨਿਸ਼ਾਨ ਭਲਾ ਕੀ ਹੈ? ਰੱਬ ਜੀ ਦੀ ਬਖਸ਼ਿਸ਼ ਜੇ ਮੇਰੇ ਤੇ ਹੋ ਜਾਏ, ਤੁਹਾਡੇ ਤੇ ਹੋ ਜਾਏ, ਦੇਖਣਾ ਬਦਲ ਜਾਏਗਾ, ਸੁਣਨਾ ਬਦਲ ਜਾਏਗਾ, ਬੋਲਣਾ ਬਦਲ ਜਾਏਗਾ, ਸੋਚਣਾ ਬਦਲ ਜਾਏਗਾ।
ਦੂਸਰੇ ਬੰਦੇ ਵੀ ਕਹਿਣਗੇ ਵੀ ਉਸ ਬੰਦੇ ਕੋਲ ਬੈਠ ਕੇ ਨਾ ਮਨ ਨੂੰ ਸ਼ਾਂਤੀ ਮਿਲਦੀ ਹੈ, ਉਹਨੂੰ ਮਿਲ ਕੇ ਤੇ ਇੰਜ ਲੱਗਦਾ ਆਪਾਂ ਰੱਬ ਨੂੰ ਹੀ ਮਿਲਣਾ ਆ। ਹੁਣ ਇਹ ਕੀ ਸੀ ਭਲਾ? ਇਹ ਰੱਬ ਦੀ ਬਖਸ਼ਿਸ਼ ਸੀ, ਉਹ ਵੀ ਅਮੋਲਕ ਹੈ, ਤੇ ਉਸ ਬਖਸ਼ਿਸ਼ ਸਦਕਾ ਜੋ ਸਾਨੂੰ ਮਿਲਿਆ ਉਹਦਾ ਨਿਸ਼ਾਨ ਜਿਹੜਾ ਹੈ ਉਹ ਵੀ ਬੜਾ ਅਮੋਲਕ ਹੈ। ਰੱਬ ਦਾ ਕਰਮ ਤੇ ਉਸ ਦਾ ਫਰਮਾਨ ਹੁਕਮ, ਬਖਸ਼ਿਸ਼ ਵੀ ਤੇ ਉਹਦਾ ਹੁਕਮ ਵੀ ਬੜਾ ਅਮੋਲਕ ਹੈ। ਸੋਚ ਕੇ ਵੇਖੋ, ਉਹਦੇ ਹੁਕਮ ਦੇ ਵਿੱਚ ਹੀ ਸਮੁੰਦਰ ਤੋਂ ਪਾਣੀ ਉੱਠਿਆ, ਬੱਦਲਾਂ ਦੇ ਰੂਪ ਵਿੱਚ ਪਹੁੰਚਿਆ ਤੇ ਬੂੰਦ ਬੂੰਦ ਕਰਕੇ ਡਿੱਗਦਾ ਹੈ। ਆਪਾਂ ਮੁੰਬਈ ਬੈਠੇ ਆ ਨਾ, ਜੇ ਕਿਤੇ ਮੀਂਹ ਨਾ ਪੈਣੇ ਨਾ ਮਹੀਨਿਆਂ ਵਿੱਚ, ਸੱਚ ਦੱਸੋ ਮੁੰਬਈ ਖਾਲੀ ਹੋਏਗਾ ਕਿ ਨਹੀਂ ਹੋਏਗਾ? ਹੋਏਗਾ ਨਾ। ਕਿੰਨੀ ਵਾਰੀ ਰੌਲਾ ਪੈ ਚੁੱਕਾ ਨਾ ਪਹਿਲਾਂ ਵੀ, ਜਦੋਂ ਸਮੇਂ ਸਿਰ ਮੀਂਹ ਨਾ ਪੈਣ, ਥੋੜਾ ਜਿਹਾ ਲੇਟ ਹੋ ਜਾਏ 1-1.5 ਮਹੀਨੇ, ਇੱਥੇ ਰੌਲਾ ਪੈ ਜਾਂਦਾ ਹੈ, ਬਾਹਰ ਕੱਢੋ ਨੇ ਬਾਹਰੋਂ ਆਏ ਹੈ, ਹਿਲ ਜਾਂਦੀ ਹੈ ਮੁੰਬਈ ਉਸ ਵੇਲੇ। ਹੁਣ ਇਹਨੂੰ ਕੌਣ ਪੈਸਿਆਂ ਨਾਲ ਖਰੀਦ ਸਕਦਾ ਦੱਸੋ? ਇਹ ਤੇ ਰੱਬ ਦੀ ਬਖਸ਼ਿਸ਼ ਹੀ ਹੈ, ਇਹ ਤੇ ਰੱਬ ਦਾ ਕਰਮ ਹੀ ਹੈ, ਰੱਬ ਦਾ ਫਰਮਾਨ ਹੀ ਹੈ, ਜਿਸ ਸਦਕਾ ਇਹ ਜਿਹੜੇ ਮੇਘ ਨੇ ਇਹ ਵਰਸ ਰਹੇ ਨੇ ਉਹਦੇ ਹੁਕਮ ਵਿੱਚ ਨੇ। ਇਹ ਜੋ ਹਵਾ ਚੱਲ ਰਹੀ ਹੈ, ਇਹ ਜੋ ਧਰਤੀ ਘੁੰਮ ਰਹੀ ਹੈ, ਇਹ ਜੋ ਪਾਣੀ ਵਹਿ ਰਿਹਾ ਹੈ, ਇਹ ਫਰਮਾਨ ਹੈ ਨਾ ਰੱਬ ਦਾ, ਹੁਕਮ ਹੀ ਹੈ ਨਾ। ਉਹਦੇ ਹੁਕਮ ਕਰਕੇ ਸਭ ਕੁਝ ਹੋ ਰਿਹਾ। ਕੀ ਮੁੱਲ ਪਾਵਾਂਗੇ ਇਸ ਦਾ? ਹਵਾ ਚੱਲਣਾ ਬੰਦ ਕਰ ਦੇਵੇ, ਮਰ ਗਏ ਆਪਾਂ ਸਾਰੇ। ਕੀ ਮੁੱਲ ਪਾਵਾਂਗੇ ਇਸ ਦਾ? ਧਰਤੀ ਘੁੰਮਣਾ ਬੰਦ ਕਰ ਦੇਵੇ, ਕੀ ਹੋਏਗਾ? ਸਭ ਕੁਝ ਤਹਿਸ ਨਹਿਸ ਹੋ ਜਾਏਗਾ। ਕੀ ਮੁੱਲ ਪਾਵਾਂਗੇ ਇਸ ਚੀਜ਼ ਦਾ? ਪਰ ਕੀ ਇਹ ਮੈਂ ਘੁਮਾ ਰਿਹਾ ਕਿ ਤੁਸੀਂ ਘੁਮਾ ਰਹੇ ਹੋ ਜਾਂ ਸਰਕਾਰ ਘੁਮਾ ਰਹੀ ਹੈ? ਇਹ ਤਾਂ ਮੇਰੇ ਮਾਲਕ ਦੀ ਰਹਿਮਤ ਹੀ ਹੈ। ਉਹਦਾ ਹੁਕਮ ਇੰਨਾ ਅਮੋਲਕ ਹੈ, ਜਿਸ ਸਦਕਾ ਇਹ ਸਾਰਾ ਸੰਸਾਰ ਜਿਹੜਾ ਹੈਗਾ ਇਹ ਸੁੱਖ ਦੇ ਵਿੱਚ ਜੀਵਨ ਬਤੀਤ ਕਰ ਰਿਹਾ। ਇਸ ਕਰਕੇ ਉਹਦਾ ਹੁਕਮ ਫਰਮਾਨ ਵੀ ਬੜਾ ਅਮੋਲਕ ਹੈ, ਜਿਸ ਸਦਕਾ ਇਹ ਸਾਰਾ ਕੁਝ ਹੋ ਰਿਹਾ। ਅਮੁੱਲੋ ਅਮੁੱਲ, ਇੰਨਾ ਕੁਝ ਕਹਿ ਕੇ ਫਿਰ ਤਸੱਲੀ ਨਹੀਂ ਹੋਈ। ਹਜ਼ੂਰ ਕਹਿੰਦੇ ਅਮੁੱਲ ਹੀ ਅਮੁੱਲ, ਅਮੁੱਲ ਤੋਂ ਵੀ ਅਮੁੱਲ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਇੰਨਾ ਅਮੁੱਲ ਹੈ ਕਿ ਕਿਹਾ ਹੀ ਨਹੀਂ ਜਾਂਦਾ। ਕੀ ਦੱਸੀਏ? ਸ਼ਬਦ ਜਿਹੜੇ ਘੱਟ ਪੈ ਜਾਂਦੇ ਨੇ, ਹਾਂ ਇੱਕ ਲਾਭ ਹੋ ਜਾਂਦਾ, ਕਹਿ ਕੇ ਕਲਾਮ ਹੋ ਜਾਂਦਾ ਹੈ। ਆਖ ਆਖ ਰਹੇ ਲਿਵ ਲਾਏ, ਆਖ ਆਖ ਕੇ ਕੁਛ ਤੇ ਐਸੇ ਨੇ ਜਿਹੜੇ ਉਹਦੇ ਵਿੱਚ ਸਮਾ ਜਾਣਗੇ, ਜੋ ਪਿਆਰ ਵਿੱਚ ਆਖਣਗੇ। ਪਰ ਜੇ ਕੋਈ ਮੁੱਲ ਪਾਉਣ ਲਈ ਆਖੇਗਾ ਤੇ ਉਹ ਤੇ ਆਖ ਆਖ ਕੇ ਰਹਿ ਹੀ ਜਾਏਗਾ, ਖੱਪ ਜਾਏਗਾ, ਖਤਮ ਹੋ ਜਾਏਗਾ। ਲਿਵ ਜੋੜ ਜੋੜ ਕੇ ਮੈਂ ਲੱਭ ਲਵਾਂ ਰੱਬ ਕਿੱਡਾ ਕੁ ਵੱਡਾ ਹੈ, ਮੈਂ ਕੀਮਤ ਪਾ ਲਵਾਂ। ਹਜ਼ੂਰ ਕਹਿੰਦੇ ਨਹੀਂ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ। ਤੇ ਨਤੀਜਾ ਕੀ ਨਿਕਲਿਆ? ਕਹਿਣ ਨਾ ਜਾਈ ਤੇਰੀ ਬੜੀ ਵਡਿਆਈ। ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਆਖ ਆਖ ਕੇ ਲਿਵ ਜੋੜ ਜੋੜ ਕੇ ਕਈ ਬੰਦੇ ਰਹਿ ਗਏ, ਪਰ ਸੱਚੇ ਪਾਤਸ਼ਾਹ ਤੇਰੇ ਬਾਰੇ ਕੁਝ ਜਾਣ ਨਾ ਸਕੇ। ਫਿਰ ਮੇਰੇ ਵਰਗਾ ਬੰਦਾ ਕਹਿੰਦਾ ਵੀ ਕਹਿਣ ਵਾਲੇ ਨਿਕੰਮੇ ਹੋਣਗੇ ਜਿਹੜੇ ਨਹੀਂ ਕਰ ਸਕੇ। ਕਹਿਣ ਵਾਲੇ ਕੈਸੇ ਨੇ? ਕਿਤੇ ਮੇਰੇ ਵਰਗੇ ਸੀ ਅਣਜਾਣ ਬੰਦੇ, ਕਹਿੰਦੇ ਨਹੀਂ ਨਹੀਂ, ਕਹਿਣ ਵਾਲੇ ਵੀ ਬੜੇ ਮਹਾਨ ਮਹਾਨ ਉਹ ਵੀ ਰਹਿ ਗਏ। ਜਿਹੜੇ ਆਖੇ ਵੇਦ ਪਾਠ ਪੁਰਾਣ, ਕਿੰਨੇ ਧਾਰਮਿਕ ਗ੍ਰੰਥ ਹੈ, ਸਭ ਰੱਬ ਦੀ ਗੱਲ ਹੀ ਕਰਦੇ ਆ, ਰਹਿ ਗਏ ਸਭ ਕਹਿ ਕਹਿ ਕੇ। ਆਖੇ ਪੜ੍ਹੇ ਕਰੇ ਵਖਿਆਣ, ਪੜ੍ਹੇ ਲਿਖੇ ਵਖਿਆਣ ਕਰਨ ਵਾਲੇ ਜੋ ਕਰਦੇ ਹਨ ਰਹਿ ਗਏ। ਆਖੇ ਬਰਮੇ ਆਖੇ ਇੰਦ, ਇੱਕ ਬ੍ਰਹਮਾ ਦੀ ਗੱਲ ਨਹੀਂ, ਪਤਾ ਨਹੀਂ ਬ੍ਰਹਮਾ ਵਰਗੇ ਕਿੰਨੇ ਜਿਨ੍ਹਾਂ 4 ਵੇਦ ਲਿਖੇ ਮੰਨਿਆ ਜਾਂਦਾ ਹੈ। ਇੰਦਰ ਜੋ ਦੇਵਤਿਆਂ ਦੇ ਰਾਜੇ ਮੰਨੇ ਜਾਂਦੇ ਨੇ, ਸਭ ਰਹਿ ਗਏ ਕਹਿ ਕਹਿ ਕੇ। ਕਿੰਨੀਆਂ ਹੀ ਗੋਪੀਆਂ, ਤੇ ਅੱਗੇ ਸ਼ਬਦ ਹੈ ਤੈ ਗੋਬਿੰਦ ਗੋਵਿੰਦਾ, ਤੇ ਕ੍ਰਿਸ਼ਨ, ਕਿੰਨੇ ਹੀ ਕ੍ਰਿਸ਼ਨ, ਇੱਕ ਦਾ ਥੋੜੀ ਨਾ, ਕਿੰਨੇ ਹੀ ਕ੍ਰਿਸ਼ਨ ਵਰਗੇ, ਕਿੰਨੀਆਂ ਹੀ ਗੋਪੀਆਂ ਵਰਗੀਆਂ, ਕਿੰਨੇ ਹੀ ਸ਼ਿਵਜੀ ਵਰਗੇ, ਕਿੰਨੇ ਹੀ ਬ੍ਰਹਮੇ ਵਰਗੇ, ਕਿੰਨੇ ਹੀ ਸਿੱਧ, ਕਿੰਨੇ ਹੀ ਮਹਾਤਮਾ ਬੁੱਧ ਵਰਗੇ। ਆਖੇ ਕੀਤੇ ਕੀਤੇ ਬੁੱਧ ਸਾਰੇ ਰਹਿ ਗਏ, ਰੱਬ ਦਾ ਅੰਤ ਨਾ ਪਾ ਸਕੇ। ਆਖੇ ਦਾਨਵ ਆਖੇ ਦੇਵ, ਦੇਵਤੇ ਵੀ ਰਹਿ ਗਏ ਤੇ ਦਾਨਵ ਵੀ ਰਹਿ ਗਏ। ਆਖ ਆਖ ਕੇ ਆਖਦੇ ਹਨ ਉਸ ਨੂੰ
श्रेष्ठ नर, श्रेष्ठ मुनि जन, श्रेष्ठ सेवक, सेव का अर्थ सेवक आखे सुर नार मुन जन सेव, ये सब आखदे हन पर मुल नहीं पा सके, रह गए सब दे सब। ते नाल ही गल कहती केते आखे आखन पानी, किन्ने आखदे हन ते आखन दा यत्न करदे हन। केते कह उठ उठ जाए, किन्ने कह के संसार तो उठ उठ के चले गए, चढ़ाई कर गए, पिछे रह गए, ग्रंथ पूरा ना कर सके, पहले ही बुलावा आ गया। जिन्होंने ये गल समझ आ गई ना भी रब बेअंत है, वो अंतिम समय च बड़िया कीमती गल्लां कह गए। रविंद्रनाथ टैगोर जिसले अखीरले समय च सन तां किसी ने गल कीती सी, कहंदे कि तुहानूं ते बड़ी तसल्ली होवेगी, तुहानूं तसल्ली होवेगी भी तुसीं चलो रब दी कोई गल करन दा यतन कीता, कुछ ना कुछ ते किया ही है तुसीं। उदों उन्होंने गल कही सी, कहन लगे हले ते मैं साज सुर ही कर रहा सा, सुर ही कर रहा सा कि तार टुट गई, हले ते गाना शुरू भी नहीं होया सी। कहने का मतलब कुछ नहीं कह सकिया। सचमुच जिहड़े जान लैणगे रब बेअंत है, वो फिर सोचणगे असीं कुछ भी नहीं कह सके, ते कह उठ उठ जाहे। ते हजूर कहण लगे चलो गिणती वधा दईए, ते 10 बंदे काम नहीं कर सकते ते 20 ला दिंदे आ। सतगुरु कहते तां भी नहीं होना, केते कीते होर करे, इन्ने कीते ने होर कर दवे, नतीजा की होएगा? तां आख ना सके कई नहीं आख सकणगे कि नहीं। ऐसे कारण की है? मेरा मालिक जे वड भावै ते वड होए, जिन्ना वड्डा उन्हें भाउंदा उन्ना वड्डा हो जांदा। ये रब का ही विस्तार है, नित प्रतिदिन वध ही रहा है, नित प्रतिदिन कोई ना कोई नवी चीज आ रही है, उहदा ही विस्तार है। ते कौन जान सकता है इसनूं? नानक जाने साचा सोए, वही जान सकता है जो हमेशा कायम रहने वाला है। पर जे कोई बड़बोला मनुख, अपने बोल नूं बिगाड़न वाला, जिहड़ा एवं शेखी मारी जाए, नहीं नहीं मैं दसदा रब कितना वड्डा है, जे को आखै बोल बिगाड़, बोल नूं बिगाड़न वाला मनुख, बड़बोला मनुख कवे, जिहदा दिमाग ते कंट्रोल ना रवे, वो कवे कि मैं दसदा रब कितना वड्डा है, ते कहण लगे फिर ओहदा ये बयान साबित करेगा कि तां लिखिए सिर गवारा गवार। सिर का अर्थ ते करांगे दा, गवारा दे सिर ते सिरे दा गवार, जिहनूं असीं कहने परले दर्जे दा गवारा दा भी गवार। ऐसा मनुख जिहड़ा कहे कि मैं जानदा रब कितना वड्डा, मेरे तो पुछो रब बारे। हजूर कहण लगे नहीं, रब की बेअंतता कोई नहीं प्राप्त कर सकिया। हाँ उहदे गुण गायन करने हैं, उहदा अंत पाउण दा यतन नहीं करना, क्योंकि उहदे गुण अमूलक हैं जी। सो दर कीहा सो कर कीहा, जित बै सर्व संभाले। सो दर कीहा सो कर कीहा, जित बै सर्व संभाले। वाजे नाद अनेक असंख्या, केते वावण हारे। वाजे नाद अनेक असंख्या, केते वावण हारे। केते राग परिस्यों कहियन, केते गावण हारे। केते राग परिस्यों कहियन, केते गावण हारे। गावे तुमनो कौन पानी बैसंतर, गावे राजा धर्म दुआरे। गावे तुमनो कौन पानी बैसंतर, गावे राजा धर्म दुआरे। गावे चित्त कुपत लिख जाने, लिख लिख धर्म विचारे। गावे चित्त कुपत लिख जाने, लिख लिख धर्म विचारे। गावे ईश्वर ब्रह्मा देवी, सोहन सदा सवारे। गावे ईश्वर ब्रह्मा देवी, सोहन सदा सवारे। गावे इंद्र इंदासन बैठे, देवत्यां दर नाले। गावे इंद्र इंदासन बैठे, देवत्यां दर नाले। गावे सिद्ध समाधि अंदर, गावन साध विचारे। गावे सिद्ध समाधि अंदर, गावन साध विचारे।
गावे वीर करारे गावन जपी सती संतोखी गावे वीर करारे गावन पंडित पढ़न रखीशर जुग जुग में गाना ले गावन पंडित पढ़न रखीशर जुग जुग में गाना ले गावे मोहनिया मन मोहन सुरगा मच्छ पयाले गावे मोहनिया मनोहन सुरगा मच्छ प्याले गावन रतन उपाय तेरे 68 तीरथ नाले गावन रतन उपाय तेरे 68 तीरथ नाले गावे जोध महाबल सूरा गावे खाड़ी चारे गावे जोध महाबल सूरा गावे खानी चारे गावे खंड मंडल वर पंडा कर कर रखे तारे गावे खंड मंडल वर पंडा कर कर रखे तारे से तुद नो गावे जो तुद पावन रते तेरे भगत रसाले से तुझनो गावे जो तुझ पावन रते तेरे भगत रसाले और कीते गावन से मैं चित न आवन नानक क्या विचारे और केते गावन से मैं चित्त न आवन नानक क्या विचारे सोई सोई सदा सच साहिब साचा साची नाई सोई सोई सदा सत्संग साचा साची नाई है पी होसी जाए न जासी रचना जिन रचाई है भी होसी जाए पंजासी रचना जिंद रचाई रंगी रंगी मानती कर कर जिनसी माया जिन उपाई रंगी रंगी पाती कर कर जिनसी माया जिन उपाई कर कर वेख्या कीता अपना जित तिसदी वडियाई कर कर वेखे कीता अपना जित किसदी बड़ाई जो तिस पावै सोई करसी हुकम न करना चाही जो किस पावे सोई करसी हुक्म न करना चाही सो पातशाह शहापत साहिब नानक रहन रजाई सो पातशाह शहापात साहिब नानक रहन रसाई ਇਸ ਕੋੜੀ ਦੇ ਅੱਖਰੀ ਅਰਥ ਕੋਈ ਬਹੁਤੇ ਔਖੇ ਨਹੀਂ ਹਨ ਕਿਉਂਕਿ ਇੱਕ ਸ਼ਬਦ ਬਾਰ-ਬਾਰ ਆ ਰਿਹਾ ਹੈ ਗਾਵੇ ਭਾਵ ਗਾਉਂਦੇ ਹਨ ਤੇ ਅੱਗੇ ਜੋ ਗਾਉਂਦੇ ਹਨ ਉਹਨਾਂ ਦਾ ਨਾਮ ਦਰਜ ਹੈ। ਪਹਿਲੀ ਪੰਕਤੀ ਹੈ ਉਹਦੇ ਵਿੱਚ ਮੇਰੇ ਮਾਲਕ ਬਖਸ਼ਿਸ਼ ਕਰਦੇ ਹਨ ਸੱਚੇ ਪਾਤਸ਼ਾਹ ਸੋ ਦਰ ਉਹ ਦਰ ਕਿਹਾ ਕਿਹਾ ਦਾ ਮਤਲਬ ਪ੍ਰਸ਼ਨਵਾਚਕ ਨਹੀਂ ਹੈ ਕਿ ਕਿਹੋ ਜਿਹਾ ਹੈ। ਇਹਦਾ ਮਤਲਬ ਹੈ ਵੀ ਕਿੱਡਾ ਸੋਹਣਾ ਹੈ। ਜਿਵੇਂ ਕੋਈ ਚੀਜ਼ ਦੇਖ ਕੇ ਤੇ ਬੰਦਾ ਅਚੰਭਿਤ ਹੋ ਜਾਂਦਾ ਅਚੰਭਿਤ ਹੋ ਕੇ ਫਿਰ ਕਹਿੰਦਾ ਇਹ ਕਿਹੋ ਜਿਹਾ ਬੰਦਾ ਹੈ ਭਾਵਰਥ ਕਿੰਨੇ ਕਮਾਲ ਦਾ ਹੈ। ਸੱਚੇ ਪਾਤਸ਼ਾਹ ਤੇਰਾ ਉਹ ਦਰ ਤੇਰਾ ਉਹ ਘਰ ਕਿੰਨੇ ਕਮਾਲ ਦਾ ਹੈ ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰ ਰਹੇ ਹੈ। ਇਹ ਜੱਗ ਜਿਹਦੀ ਕੋਠੜੀ ਹੈ ਸੱਚੇ ਆਹੀ ਹੈ ਆ ਸੰਸਾਰ ਹੈ। ਇਹ ਸੰਸਾਰ ਕਿੰਨੇ ਕਮਾਲ ਦਾ ਹੈ। ਇਹਦੇ ਚ ਕਿੰਨੇ ਪ੍ਰਕਾਰ ਦੇ ਪਸ਼ੂ ਪੰਛੀ ਜੋ ਬੋਲ ਰਹੇ ਨੇ। ਹੁਣ ਵਿਦਵਾਨ ਸੰਗੀਤ ਦੀ ਦੁਨੀਆ ਵਾਲੇ ਇਹ ਕਹਿੰਦੇ ਨੇ ਆਹ ਸੁਰ ਫਲਾਣੇ ਪੰਛੀ ਤੋਂ ਲਿਆ ਆਹ ਸੁਰ ਫਲਾਣੇ ਜਾਨਵਰ ਤੋਂ ਲਿਆ ਪੰਚਮ ਸੁਰ ਕੋਇਲ ਤੋਂ ਲਿਆ। ਕਿੰਨੇ ਢੰਗ ਦੀ ਗੱਲ ਸਾਡੇ ਸਾਹਮਣੇ ਆਉਂਦੀ ਹੈ। ਇਹਦਾ ਮਤਲਬ ਸੰਗੀਤ ਤੇ ਸਾਰਿਆਂ ਵਿੱਚ ਹੀ ਹੈ ਸਾਰੇ ਬੋਲਦੇ ਤੇ ਕੁਝ ਨਾ ਕੁਝ। ਹੁਣ ਉਹ ਸੁਰਤ ਟਿਕਾਓ ਤੇ ਇਸ ਪੂਰੇ ਸੰਸਾਰ ਦੇ ਵਿੱਚ ਮੇਰੇ ਮਾਲਕ ਨੇ ਜੋ ਜੋ ਦਾਤਾਂ ਬਖਸ਼ਿਸ਼ ਕੀਤੀਆਂ ਹੋਈਆਂ ਨੇ ਤੇ ਸੋਚੋ ਕਿੰਨੇ ਕਮਾਲ ਦੀਆਂ ਨੇ। ਸੋ ਦਰ ਕੇਹਾ ਸੋ ਘਰ ਕੇਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾਂ। ਕਿੰਨੇ ਹੀ ਨਾਦ ਕਿੰਨੀਆਂ ਹੀ ਆਵਾਜ਼ਾਂ ਜਿਹੜੀਆਂ ਨੇ ਵੱਜ ਰਹੀਆਂ ਨੇ ਲਗਾਤਾਰ। ਕਿਤੇ ਕੋਇਲ ਬੋਲੀ ਕਿਧਰੇ ਮੈਨਾ ਬੋਲੀ ਕਿਧਰੇ ਤੋਤਾ ਬੋਲਿਆ ਕਿਧਰੇ ਚਿੜੀ ਬੋਲੀ ਕਿਧਰੇ ਮੋਰ ਬੋਲਿਆ ਕਿਧਰੇ ਬਬੀਹਾ ਬੋਲਿਆ। ਕੀ ਹੈ ਇਹ ਨਾਦ ਹੀ ਹੈ ਇਹ ਆਵਾਜ਼ਾਂ ਹੀ ਨੇ ਨਾ। ਕੀਤੇ ਵਰਣਹਾਰੇ ਤੇ ਕਿੰਨੇ ਉਹਨਾਂ ਨਾਦਾਂ ਨੂੰ ਵਜਾਉਣ ਵਾਲੇ ਨੇ। ਚੇਤੇ ਰਾਗ ਪਰੀ ਸਿਓ ਕਹੀਆਂ ਬੜੇ ਤੇ ਪਰੀ ਸ਼ਬਦ ਆਉਂਦਾ ਹੈ ਸਾਨੂੰ ਲੱਗਦਾ ਹੈ ਵੀ ਉਹ
दो पंखा वाली है, हाथ में छड़ी फड़ी हुई है, शायद उहदी गल है, नहीं। आनंद साहिब च भी आएगा राग रतन परवार परियां। जदों राग दे नाल परी या परियां शब्द आउंदा है ना, ਉਹਦਾ अर्थ है रागणियां। ਉਹਦਾ अर्थ की है? रागणियां। कुछ राग ने, कुछ रागणियां ने। तो इत्थे रागणियां की गल की जा रही है। किन्ने ही राग रागणियां समेत कहे जा रहे हैं ते किन्ने ही उन्हां दे गाउण वाले ने, किन्ने ही उन्हां दे गाउण वाले ने। सारा संगीत दे नाल भरिया होया ये संसार। कदे टिक के सुनिए ते सही, जदों झरने चों पानी भी जांदा है ना, ਉਹਦੇ ਵਿੱਚ ਹੀ ਸੰਗੀਤ ਪੈਦਾ ਹੁੰਦਾ। ਹਵਾ ਦੇ ਨਾਲ ਪੱਤਿਆਂ ਦਾ ਖੜਾ ਕੇ ਵੀ ਆਉਂਦਾ ਹੈ ਨਾ, ਉਹਦੇ ਵਿੱਚੋਂ ਵੀ ਸੰਗੀਤ ਪੈਦਾ ਹੁੰਦਾ ਹੈ। ਜਿਸ ਵੇਲੇ ਤੇਜ਼ ਗਤੀ ਨਾਲ ਹਵਾ ਵੀ ਚੱਲਦੀ ਹੈ ਨਾ, ਉਹ ਵੀ ਕੋਈ ਨਾ ਕੋਈ ਸੰਗੀਤ ਪੈਦਾ ਕਰਦੀ ਹੈ। ਜਦੋਂ ਕੋਈ ਪਸ਼ੂ ਪੰਛੀ ਵੀ ਬੋਲ, ਤੁਸੀਂ ਵੇਖੋ ਕਦੇ ਇਕੱਠੇ ਬੋਲਦੇ ਹੋਣ ਚਿੜੀਆਂ, ਬੰਦਾ ਕਹਿੰਦਾ ਬੜਾ ਮਜ਼ਾ ਆ, ਬੜਾ ਚੰਗਾ ਲੱਗ ਰਿਹਾ। ਕਿਉਂ ਚੰਗਾ ਲੱਗ ਰਿਹਾ? ਇਹਦਾ ਮਤਲਬ ਕੁਝ ਉਹਦੇ ਚ ਲੈ ਹੈ, ਕੁਝ ਸੁਰ ਹੈ, ਕੁਝ ਦਿਲ ਨੂੰ ਖਿੱਚਣ ਦੀ ਤਾਕਤ ਹੈ ਜੋ ਸੰਗੀਤ ਵਿੱਚ ਹੁੰਦੀ ਹੈ। ਹਜ਼ੂਰ ਕਹਿੰਦੇ ਕਿੰਨੇ ਉਹਨਾਂ ਨੂੰ ਗਾਉਣ ਵਾਲੇ ਨੇ ਤੇ ਕਿੰਨੇ ਵਜਾਉਣ ਵਾਲੇ ਨੇ ਨਾਦਾਂ ਨੂੰ। ਫਿਰ ਅਗਲੀ ਗੱਲ, ਗਾਉਣ ਸ਼ਬਦ ਨੂੰ ਲੈ ਕੇ ਅੱਗੇ ਸੱਚੇ ਪਾਤਸ਼ਾਹ ਤੈਨੂੰ ਪਾਉਣ ਹਵਾ ਵੀ ਗਾ ਰਹੀ ਹੈ, ਪਾਣੀ ਬੈਸੰਤਰ ਮੈਨੇ ਅੱਗ, ਰਾਜਾ ਧਰਮ। ਇੱਥੇ ਨਾਲ ਸ਼ਬਦ ਹੈ ਗਾਵੈ, ਬਾਕੀ ਥਾਵਾਂ ਤੇ ਆਇਆ ਗਾਵੈ, ਹਾਹੇ ਨੂੰ ਸਿਹਾਰੀ ਹੈ। ਇਹ ਬਹੁਵਚਨੀ ਕਿਰਿਆ ਹੈ, ਗਾਉਂਦੇ ਹਨ। ਪਰ ਜਿੱਥੇ ਅਰਥ ਹੋਏਗਾ ਨਾ ਗਾਉਂਦਾ ਹੈ, ਉੱਥੇ ਵਾਵੇ ਦੇ ਨਾਲ ਹਾਹੇ ਨੂੰ ਸਿਹਾਰੀ ਨਹੀਂ ਆਏਗੀ। ਉੱਥੇ ਵਾਵੇ ਨੂੰ ਦੋ ਲਾਵਾਂ ਲੱਗੀਆਂ ਹੋਣਗੀਆਂ ਜੋ ਤੁਹਾਡੇ ਸਾਹਮਣੇ। ਗਾਵੈ ਗਾਉਂਦਾ ਹੈ, ਗਾਵੇ ਗਾਉਂਦੇ ਹਨ। ਧਰਮ ਰਾਜ ਇੱਕ ਹੈ। ਧਰਮ ਦੇ ਮੋਹ ਨੂੰ ਵੀ ਔਕੜ ਪਈ, ਤੁਸੀਂ ਦੇਖ ਸਕਦੇ ਹੋ ਜੇ ਇੱਥੇ ਆ ਰਿਹਾ ਸਕਰੀਨ ਦੇ ਉੱਤੇ। ਤਾਂ ਧਰਮ ਰਾਜ ਗਾਉਂਦਾ ਹੈ। ਚਿਤ੍ਰਗੁਪਤ ਗਾਉਂਦੇ ਹਨ ਜੋ ਲਿਖਣਾ ਜਾਣਦੇ ਹਨ। ਬੜੀ ਕੀਮਤੀ ਗੱਲ ਹੈ। ਇੱਕ ਮਨੋਤ ਹੈ ਵੀ ਚਿਤ੍ਰਗੁਪਤ ਐਸੇ ਨੇ ਜੋ ਸਹੀ ਤੇ ਮਾੜੇ ਕਰਮ ਲਿਖਦੇ ਨੇ, ਔਰ ਪਤਾ ਹੈ ਕਿ ਸਾਡੇ ਲਿਖੇ ਮੁਤਾਬਕ ਅਗਲੇ ਦਾ ਹਿਸਾਬ ਕਿਤਾਬ ਹੋਣਾ ਹੈ। ਇਹਦਾ ਮਤਲਬ ਜੋ ਕਹਿੰਦਾ ਵੀ ਆ ਕੰਮ ਠੀਕ ਹੈ, ਉਹਨੂੰ ਗਿਆਨ ਹੈ ਨਾ ਵੀ ਇਹ ਕੰਮ ਠੀਕ ਹੈ। ਜਿਹੜਾ ਕੰਮ ਲਿਖਦਾ ਹੈ ਵੀ ਇਹ ਕੰਮ ਗਲਤ ਹੈ, ਇਹਦਾ ਮਤਲਬ ਉਹਨੂੰ ਗਿਆਨ ਹੈ ਵੀ ਇਹ ਕੰਮ ਗਲਤ ਹੈ। ਔਰ ਉਹਨਾਂ ਨੂੰ ਇਹ ਵੀ ਪਤਾ ਹੈ ਕਿਉਂਕਿ ਆਇਆ ਸ਼ਬਦ ਲਿਖ ਧਰਮ ਵਿਚਾਰੇ, ਜਿਹੜੇ ਲਿਖੇ ਹੋਏ ਅਨੁਸਾਰ ਵਿਚਾਰ ਹੁੰਦੀ ਹੈ। ਦੱਸੋ ਮਾੜਾ ਕੰਮ ਕਿਉਂ ਕਰਨਗੇ? ਜਿਹਨਾਂ ਨੂੰ ਚੰਗੇ ਦੀ ਪਹਿਚਾਣ ਹੈ, ਜਿਹਨਾਂ ਨੂੰ ਮਾੜੇ ਦੀ ਪਹਿਚਾਣ ਹੈ। ਹਜ਼ੂਰ ਕਹਿੰਦੇ ਕਿ ਸੱਚੇ ਪਾਤਸ਼ਾਹ ਉਹ ਵੀ ਤੈਨੂੰ ਗਾ ਰਹੇ ਹਨ। शिव जी गा रहे हैं, ब्रह्मा गा रहे हैं, किनिया देवियां गा रही हैं तेरे दर दे उत्ते जो सवारे हुए हैं। इंद्र इंद्रासन बैठ के किन्ने इंद्र गा रहे हैं देवतियां दे नाल इकट्ठे होके तेरे दर दे उत्ते। सिद्ध गा रहे हैं समाधि दे अंदर, साध गा रहे हैं विचार के। जति सदी संतोखी वीर दा अर्थ है सूरमे, किहो जे करारे बड़े बड़े सूरमे तैनूं गा रहे हैं। पंडित गा रहे हैं, ਵੱਡੇ ਵੱਡੇ ਰਿਸ਼ੀਆਂ ਦੇ ਜਿਹੜੇ ਉਹਨਾਂ ਦੇ ਮੁਖੀ ਹੈਗੇ ਨੇ ਰਖੀਸ਼ਰ, ਉਹ ਵੀ ਗਾ ਰਹੇ ਹਨ। ਕਦੋਂ ਤੋਂ ਗਾ ਰਹੇ ਨੇ ਭਲਾ? 2-4 ਦਿਨਾਂ ਤੋਂ ਨਹੀਂ, ਜੁਗ ਤੋਂ। ਤੇ ਆਪਣੇ ਧਾਰਮਿਕ ਗ੍ਰੰਥਾਂ ਦੇ ਸਮੇਤ ਵੇਦਾਂ ਨਾਲੇ ਮਨ ਨੂੰ ਮੋਹ ਲੈਣ ਵਾਲੀਆਂ ਗਾਵੇਂ ਮੋਹਣੀਆਂ, ਮਨ ਮੋਹਨ, ਮਨ ਨੂੰ ਮੋਹ ਲੈਣ ਵਾਲੀਆਂ ਮੋਹਣੀਆਂ। ਸੱਚੇ ਪਾਤਸ਼ਾਹ ਉਹਨਾਂ ਦਾ ਮਨ ਤੇ ਤੂੰ ਮੋਹਿਆ ਹੋਇਆ ਹੈ। ਭਲਾ ਉਹ ਕਿਹਨਾਂ ਦਾ ਮਨ ਮੋਹ ਲੈਣ ਵਾਲੀਆਂ ਸਨ? ਸਵਰਗ ਲੋਕ ਦੇ ਜੀਵ, ਮੱਛ ਮੈਨੇ ਮਾਤ ਲੋਕ ਦੇ ਜੀਵ, ਭਿਆਲੇ ਮੈਨੇ ਪਤਾਲ ਲੋਕ ਦੇ ਜੀਵ, ਜਿਨ੍ਹਾਂ ਨੇ ਤਿੰਨੇ ਲੋਕਾਂ ਦੇ ਜੀਵਾਂ ਦਾ ਮਨ ਮੋਹਿਆ ਹੋਇਆ। ਸੱਚੇ ਪਾਤਸ਼ਾਹ ਉਹ ਵੀ ਤੈਨੂੰ ਗਾ ਰਹੀਆਂ ਹਨ। ਤੀਰਥ ਗਾ ਰਹੇ ਹਨ, ਇੱਕ ਤਾਂ ਨਹੀਂ 68 ਤੀਰਥ, ਜੋ 68 ਤੀਰਥ ਮੰਨੇ ਜਾਂਦੇ ਹਨ। ਤੇ ਰਤਨ ਸਮੇਤ ਗਾ ਰਹੇ ਹਨ, ਜੋ ਸਮੁੰਦਰਾਂ ਵਿੱਚੋਂ ਕਹਿੰਦੇ ਰਤਨ ਨਿਕਲੇ। ਅਖਰੀਅਤ ਕੋਈ ਔਖੇ ਹਨ ਨਹੀਂ, ਜੋਧੇ ਗਾ ਰਹੇ ਹਨ, ਮਹਾਬਲੀ ਸੂਰਮੇ ਗਾ ਰਹੇ ਹਨ। 4 ਖਾਣੀਆਂ ਮੰਨੀਆਂ ਜਾਂਦੀਆਂ ਹਨ, ਉਹ ਜੀਵ ਗਾ ਰਹੇ ਹਨ। ਖੰਡ ਮੰਡਲ ਔਰ ਭੰਡ ਸਾਰੇ ਦੇ ਸਾਰੇ ਗਾ ਰਹੇ ਹਨ, ਜਿਹੜੇ ਤੇਰੇ ਹੀ ਪੈਦਾ ਕਰਕੇ ਟਿਕਾਏ ਹੋਏ ਹਨ। ਤੇ ਅਗਲੀ ਗੱਲ ਉਹ ਸਮਝਣ ਵਾਲੀ, ਗਾ ਕੇ ਸਾਰੇ ਰਹੇ ਨੇ, ਪ੍ਰਵਾਨਗੀ ਕਿਹਨਾਂ ਤੇ ਲੱਗੇਗੀ? ਸਹੀ ਤੁਧ ਨੂੰ ਗਾਵੇਂ ਜੋ ਤੁਧ
ਭਾਵਨ ਰਤੇ ਤੇਰੇ ਭਗਤ ਰਸਾਲੇ। ਤੇਰੇ ਭਗਤ ਤੇਰੇ ਚ ਰਤੇ ਹੋਏ ਨੇ, ਰਸ ਦੇ ਘਰ ਨੇ, ਜੋ ਜਿਨ੍ਹਾਂ ਉੱਤੇ ਪ੍ਰਵਾਨਗੀ ਦੀ ਮੋਹਰ ਲੱਗਣੀ ਹੈ, ਜੋ ਤੈਨੂੰ ਭਾ ਜਾ ਰਹੇ ਨੇ, ਜੋ ਤੈਨੂੰ ਚੰਗੇ ਲੱਗਦੇ ਹਨ। ਫਿਰ ਇੰਨੀ ਲਿਸਟ ਸੂਚੀ ਤਿਆਰ ਕਰਕੇ ਹਜ਼ੂਰ ਨੇ ਕਹਿਤਾ ਕਿ ਤੇ ਭੁਲੇਖਾ ਨਾ ਕਹੇ ਵੀ ਇੰਨੇ ਹੀ ਗਾ ਰਹੇ ਹੈ, ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਆਵਨ। ਮੇਰੇ ਚਿੱਤ ਵਿੱਚ ਵੀ ਨਹੀਂ ਆਉਂਦੇ ਵੀ ਕਿੰਨੇ ਕੁ ਐਸੇ ਨੇ ਜੋ ਸੱਚੇ ਪਾਤਸ਼ਾਹ ਤੇਰੀ ਵਡਿਆਈ ਕਰ ਰਹੇ ਹਨ। ਨਾਨਕ ਕਿਆ ਵਿਚਾਰੇ। ਹੁਣ ਇੱਥੇ ਵਿਚਾਰੇ ਸ਼ਬਦ ਆਇਆ। ਅਸੀਂ ਪਾਠ ਰੋਜ਼ ਕਰਦੇ ਹਾਂ, ਸੋਦਰ ਬਾਣੀ ਵਿੱਚ ਵੀ ਕਰਦੇ ਹਾਂ, ਜਪਜੀ ਸਾਹਿਬ ਵਿੱਚ ਵੀ ਕਰਦੇ ਹਾਂ। ਇਹਨਾਂ ਦੋਹਾਂ ਵਿੱਚ ਅੰਤਰ ਹੈ। ਜੇ ਆਪਾਂ ਸੋਦਰ ਵਾਲਾ ਪਾਠ ਯਾਦ ਕਰਕੇ ਜਪਜੀ ਸਾਹਿਬ ਤੇ ਪੜ੍ਹ ਲਵਾਂਗੇ, ਜਾਂ ਜਪਜੀ ਸਾਹਿਬ ਦਾ ਪਾਠ ਯਾਦ ਕਰਕੇ ਸੋਦਰ ਪੌੜੀ ਵਾਲਾ ਆਪਾਂ ਸੋਦਰ ਬਾਣੀ ਵਿੱਚ ਪੜ੍ਹ ਲਵਾਂਗੇ ਨਾ, ਤੇ ਪਤਾ ਕਿੰਨੀਆਂ ਗਲਤੀਆਂ ਹੋਣਗੀਆਂ। 51 ਇੰਨੇ ਭੇਦ ਹੈ ਇਹਨਾਂ ਦੇ ਵਿੱਚ। ਇਸ ਕਰਕੇ ਇੱਕ ਤਾਂ ਇਸ ਪੌੜੀ ਨੂੰ ਯਾਦ ਬੜੇ ਧਿਆਨ ਨਾਲ ਕਰਨਾ ਹੈ ਤਾਂ ਕਿ ਆਪਾਂ ਗਲਤੀਆਂ ਨਾ ਕਰੀਏ। ਥੋੜਾ ਜਿਹਾ ਮੈਂ ਇਸ਼ਾਰਾ ਦੇ ਦੇਣਾ। ਉੱਥੇ ਸ਼ਬਦ ਹੈ ਸੋਦਰ ਬਾਣੀ ਵਿੱਚ ਬੱਬੇ ਨਾਲ ਵਿਚਾਰੇ। ਇੱਥੇ 3 ਵਾਰੀ ਸ਼ਬਦ ਆਇਆ, 3 ਵਾਰੀ 2 ਵਾਰੀ ਹੈ ਵਿਚਾਰੇ ਵਾਵੇ ਨੂੰ ਬਿਹਾਰੀ, 1 ਵਾਰੀ ਹੈ ਵਿਚਾਰੇ ਵਾਵੇ ਨੂੰ ਸਿਹਾਰੀ। ਹੁਣ ਸੋਚ ਕੇ ਵੇਖੋ ਕਿ ਸਾਨੂੰ ਪਤਾ ਕਿੱਥੇ ਵਿਚਾਰੇ ਹੈ ਤੇ ਕਿੱਥੇ ਵਿਚਾਰੇ ਹੈ। ਜੇ ਨਹੀਂ ਪਤਾ ਇਹਦਾ ਮਤਲਬ ਧਿਆਨ ਦੇ ਨਾਲ ਇਹ ਪੌੜੀ ਨਹੀਂ ਪੜ੍ਹਦੇ। ਇਹ ਤਾਂ ਪਤਾ ਹੋਣਾ ਚਾਹੀਦਾ ਸਾਨੂੰ। ਇਸੇ ਤਰ੍ਹਾਂ ਉੱਥੇ ਸ਼ਬਦ ਹੈ ਜਿਉਂ, ਇੱਥੇ ਸ਼ਬਦ ਹੈ ਜਿਵ। ਜਿਵ ਜਿਸ ਦੀ ਵਡਿਆਈ, ਉੱਥੇ ਜਿਉਂ। ਹੁਣ ਜੇ ਆਪਾਂ ਦੋਵਾਂ ਨੂੰ ਮਿਕਸ ਕਰ ਲਵਾਂਗੇ ਔਖਾ ਹੋ ਜਾਏਗਾ। ਸਮਾਪਤੀ ਤੇ ਦੇਖੋ, ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ। ਇੱਥੇ ਪਾਤ ਸਾਹਿਬ ਹੈ, ਉੱਥੇ ਕੀ ਹੈ? ਪਤ ਸਾਹਿਬ। ਸੁਰਗਾ ਮਛ ਪਿਆਲੇ ਇੱਥੇ ਹੈ, ਉੱਥੇ ਸੁਰਗ ਹੈ। ਉਹ ਧਿਆਨ ਰੱਖਣਾ ਹੈ। ਰਖੀਸ਼ਰ ਹੈ, ਉੱਥੇ ਰਖੀਸ਼ੁਰ ਹੈ। ਇੱਕ ਹੋਮਵਰਕ ਆਪਾਂ ਲੈ ਜਾਈਏ ਵੀ ਅਸੀਂ ਜਪਜੀ ਸਾਹਿਬ ਤੇ ਸੋਦਰ ਬਾਣੀ ਦੇ ਦੋਨੋਂ ਸ਼ਬਦ ਸਾਹਮਣੇ ਰੱਖ ਕੇ ਨਾ ਇੱਕ ਕਾਪੀ ਲੈ ਕੇ ਆਪਾਂ ਅੰਤਰ ਕੱਢਣੇ, ਤਾਂ ਕਿ ਸਾਡਾ ਧਿਆਨ ਰਹੇ ਵੀ ਇਹਨੂੰ ਪਾਠ ਕਰਨ ਲੱਗਿਆ ਅਸੀਂ ਚੇਤਨ ਰਹਿ ਸਕੀਏ। ਹਜ਼ੂਰ ਕਹਿੰਦੇ ਸੱਚੇ ਪਾਤਸ਼ਾਹ ਹੋਰ ਕਿੰਨੇ ਗਾਉਂਦੇ ਪਏ ਹੈਗੇ ਨੇ, ਮੇਰੇ ਚਿੱਤ ਵਿੱਚ ਵੀ ਨਹੀਂ ਆਉਂਦੇ। ਕੀ ਵਿਚਾਰ ਕਰ ਸਕਦਾ ਹੈ ਨਾਨਕ? ਸੋਈ ਸੋਈ ਮਾਲਕ ਹਮੇਸ਼ਾ ਕਾਇਮ ਰਹਿਣ ਵਾਲਾ ਹੈ। ਸਾਹਿਬ ਸਾਚਾ, ਉਹ ਮਾਲਕ ਹਮੇਸ਼ਾ ਕਾਇਮ ਰਹਿਣ ਵਾਲਾ ਹੈ। ਸਾਚੀ ਨਾਈ, ਉਹਦੀ ਵਡਿਆਈ ਵੀ ਹਮੇਸ਼ਾ ਕਾਇਮ ਰਹਿਣ ਵਾਲੀ ਹੈ। ਕਈ ਵਾਰੀ ਬੰਦਾ ਹੁੰਦਾ ਹੈ ਪਰ ਵਡਿਆਈ ਜਾਂਦੀ ਲੱਗਦੀ ਹੈ। ਅੱਜ ਮੇਰੇ ਸ਼ੀਰ 'ਚ ਜਾਨ ਹੋਵੇ ਤੇ 10 ਸਾਲਾਂ ਬਾਅਦ ਤੇ ਸੋਟੀ ਫੜੀ ਹੋਵੇ, ਬੰਦਾ ਤੇ ਹੈਗਾ ਪਰ ਵਡਿਆਈ। ਮੈਂ ਦੀ ਜਵਾਨੀ ਵਿੱਚ ਬੰਦਾ ਇਉਂ ਚੁੱਕ ਕੇ ਕੁਰਸੀ ਤੋਂ ਤੇ ਐ ਰੱਖ ਦਿੰਦਾ ਸੀ, ਤੇ ਹੁਣ ਕੋਈ ਮੈਨੂੰ ਸਹਾਰਾ ਦੇ ਕੇ ਉਠਾਉਂਦਾ ਹੈ। ਕਿੱਥੇ ਕੀ ਵਡਿਆਈ? ਪਰ ਮਾਲਕ ਵੀ ਕਾਇਮ ਰਹਿਣ ਵਾਲਾ ਹੈ, ਉਹਦੀ ਵਡਿਆਈ ਵੀ ਹਮੇਸ਼ਾ ਕਾਇਮ ਰਹਿਣ ਵਾਲੀ ਹੈ ਵੀ ਹੁਣ ਵੀ ਹੈ, ਹੋਸੀ ਹੋਏਗਾ ਵੀ। ਜਾਏ ਨਾ ਜਾਸੀ, ਨਾ ਜਨਮ ਲੈਂਦਾ। ਜਾਏ ਦਾ ਅਰਥ ਹੈ ਜਨਮ ਲੈਣਾ। ਨਾ ਜਾਸੀ ਮੈਨੇ, ਉਹ ਜਾਂਦਾ ਵੀ ਨਹੀਂ, ਭਾਵ ਉਹ ਨਾਸ਼ ਵੀ ਨਹੀਂ ਹੁੰਦਾ। ਕੌਣ? ਰਚਨਾ ਜਿਨ ਰਚਾਈ, ਜਿਸਨੇ ਇਹ ਰਚਨਾ ਰਚਾਈ। ਰਚਨਾ ਵੇਖੋ, ਰੰਗਾਂ ਰੰਗਾਂ ਦੀ, ਭਾਂਤ ਭਾਂਤ ਦੀ ਆ ਮਾਇਆ ਪੈਦਾ ਕਰ ਦਿੱਤੀ ਮੇਰੇ ਮਾਲਕ ਨੇ। ਮਾਇਆ ਹੀ ਹੈ ਨਾ। ਮੇਰੇ ਵਰਗਾ ਪਤਾ ਪੈਨ ਤੇ ਲੜਾਈ ਕਰਨਾ, ਮੇਰਾ ਪੈਨ ਹੈ ਤੂੰ ਕਿਦਾਂ ਚੁੱਕ ਲਿਆ, ਉੱਥੇ ਮਾਰ ਕਟਾਈ ਹੋ ਗਈ, ਉਹ ਪੈਨ ਹੀ ਮਾਇਆ ਬਣ ਗਿਆ। ਵੇਖੋ ਮੇਰੇ ਵਰਗਾ ਬੰਦਾ ਗੁਰਦੁਆਰਾ ਸਾਹਿਬ ਧਾਰਮਿਕ ਸਥਾਨ ਤੇ ਆਉਂਦਾ ਹੈ, ਬਾਹਰ ਜਾਂਦਾ ਜੁੱਤੀਆਂ ਬੜੀਆਂ ਵਧੀਆ ਮੇਰੇ ਨਾਂ ਪਾ, ਕਿਸੇ ਹੋਰ ਦੀ ਪਾ ਕੇ ਚਲੇ ਜਾਂਦਾ। ਜੁੱਤੀਆਂ ਮਾਇਆ ਵੇਖੋ, ਜੁੱਤੀਆਂ ਸਾਨੂੰ ਭਟਕਾ ਗਈਆਂ। ਕਿੰਨੀ ਰੰਗਾਂ ਰੰਗਾਂ ਦੀ ਭਾਂਤ ਭਾਂਤ ਦੀ ਇੰਨੀਆਂ ਖੂਬਸੂਰਤ ਚੀਜ਼ਾਂ ਮੇਰੇ ਮਾਲਕ ਨੇ ਬਣਾਈਆਂ, ਜਿਸ ਕਰਕੇ ਸਾਡਾ ਮਨ ਉਹਨਾਂ ਵਿੱਚ ਫਸ ਜਾਂਦਾ। ਛੋਟੀ ਤੋਂ ਛੋਟੀ ਚੀਜ਼ ਵੀ ਸਾਨੂੰ ਭਟਕਾਉਣ ਦਾ ਪੂਰੇ ਦਾ ਪੂਰਾ ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਇੱਕ ਦਮ ਲੈ ਕੇ ਬੈਠੀ ਹੋਈ ਹੈ। ਸੱਚੇ ਪਾਤਸ਼ਾਹ ਜਦੋਂ ਮੈਂ ਵੇਖਦਾ ਹੈ ਰੰਗਾਂ ਰੰਗਾਂ ਦੀ ਕਿਸਮਾਂ ਕਿਸਮਾਂ ਦੀ ਮਾਇਆ ਪੈਦਾ ਕਰਕੇ ਤੂੰ ਬਣਾਈ ਹੈ, ਪਰ ਰੱਬ ਪੈਦਾ ਕਰਕੇ ਛੱਡਦਾ ਨਹੀਂ ਕਿਸੇ ਨੂੰ। ਕਰ ਕਰ ਵੇਖੈ, ਵੇਖਦਾ ਵੀ ਵੇਖਣਾ ਮੈਨੇ ਸੰਭਾਲ ਕਰਨੀ। ਪੈਦਾ ਕਰਕੇ ਛੱਡਦਾ ਨਹੀਂ ਹੈ,
ਸੰਭਾਲ ਵੀ ਕਰਦਾ ਹੈ। ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਤੇ ਵਡਿਆਈ। ਪਾਣੀ ਵਿੱਚ ਜੀਵ ਨੇ ਤੇ ਪਾਣੀ ਵਿੱਚ ਰਹਿਣ ਯੋਗ ਬਣਾ ਦਿੱਤਾ। ਹਵਾ ਵਿੱਚ ਉੱਡਣ ਵਾਲੇ ਜੀਵ ਨੇ ਹਵਾ ਵਿੱਚ ਰਹਿਣ ਯੋਗ ਬਣਾ ਦਿੱਤਾ। ਧਰਤੀ ਤੇ ਰਹਿਣ ਵਾਲੇ ਜੀਵ ਨੇ, ਖੁੱਡਾਂ ਵਿੱਚ ਰਹਿਣ ਵਾਲੇ ਜੀਵ ਨੇ, ਉਹਨਾਂ ਨੂੰ ਉੱਥੇ ਸਭ ਕੁਝ ਮਿਲ ਰਿਹਾ ਹੈ। ਮੇਰੇ ਮਾਲਕ ਨੇ ਸਭ ਦੀ ਸੰਭਾਲ ਕੀਤੀ ਹੈ। 200-300 ਸਾਲ ਹੋ ਗਏ ਦਰਖਤ ਇੱਕੋ ਥਾਂ ਤੇ ਖੜਾ ਹੈ। ਵੇਖੋ ਇੱਕੋ ਥਾਂ ਤੇ, ਉਹਨੂੰ ਇੱਕੋ ਥਾਂ ਤੇ ਸਭ ਕੁਝ ਮਿਲੀ ਜਾ ਰਿਹਾ ਹੈ। ਕਿਉਂ? ਕਿਉਂਕਿ ਕਰ ਕਰ ਵੇਖਿਆ ਕੀਤਾ। ਉਹ ਪੈਦਾ ਹੀ ਨਹੀਂ ਕਰਦਾ, ਫਿਰ ਸੰਭਾਲ ਵੀ ਕਰਦਾ ਹੈ। ਜਿਵੇਂ ਉਹਦੀ ਵਡਿਆਈ ਹੋਵੇ, ਜੋ ਉਹਨੂੰ ਭਾਉਂਦਾ ਹੈ, ਜੋ ਤਿਸ ਭਾਵ ਹੈ, ਸੋਈ ਚੀਸੀ ਉਹੀ ਕੁਝ ਹੁੰਦਾ ਹੈ। ਜਿਵੇਂ ਉਹਦੀ ਵਡਿਆਈ ਹੁੰਦੀ ਹੈ, ਜੋ ਉਹਨੂੰ ਭਾਉਂਦਾ ਹੈ ਉਹੀ ਹੁੰਦਾ ਹੈ। ਤੇ ਜੇ ਮੇਰੇ ਵਰਗਾ ਕਵੇ ਕਿ ਮੈਂ ਕੋਈ ਹੁਕਮ ਕਰਕੇ ਰੋਕ ਦੇਵਾਂ, ਏਦਾਂ ਨਾ ਹੋਣ ਦੇਵਾਂ, ਉਹ ਕਹਿੰਦੇ ਨਹੀਂ, ਹੁਕਮ ਨਾ ਕਰਨਾ ਚਾਹੀ। ਭਾਈ ਉਹ ਪਾਤਸ਼ਾਹ ਹੈ, ਉਹ ਸ਼ਾਹਾਂ ਦਾ ਸ਼ਾਹ ਹੈ। ਹੁਣ ਅਗਲੀ ਗੱਲ ਜਿਹੜੀ ਕਹੀ ਨਾ, ਕਈ ਸਵਾਲ ਖੜੇ ਕਰ ਗਈ ਸਾਡੇ ਅੰਦਰ। ਸੱਚੇ ਪਾਤਸ਼ਾਹ ਇਹ ਤੁਸੀਂ ਕੀ ਕੀਤਾ? ਉਦਾਹਰਨਾਂ ਤੁਸੀਂ ਦਿੱਤੀਆਂ ਵੀ ਉਹ ਵੀ ਤੈਨੂੰ ਗਾਉਂਦਾ ਹੈ, ਇਹ ਵੀ ਤੈਨੂੰ ਗਾਉਂਦਾ ਹੈ, ਹਵਾ ਵੀ ਗਾ ਰਹੀ ਹੈ, ਪਾਣੀ ਵੀ ਗਾ ਰਿਹਾ ਹੈ, ਅੱਗ ਵੀ ਗਾ ਰਹੀ ਹੈ, ਧਰਤੀ ਵੀ ਗਾ ਰਹੀ ਹੈ, ਸਿੱਧ ਵੀ ਗਾ ਰਹੇ ਨੇ, ਇੰਦਰ ਵੀ ਗਾ ਰਿਹਾ ਹੈ, ਬ੍ਰਹਮਾ ਵੀ ਗਾ ਰਿਹਾ ਹੈ। ਤੇ ਅਖੀਰ ਵਿੱਚ ਤੁਸੀਂ ਕਹਿ ਦਿੱਤਾ, ਨਾਨਕ ਰਹਿਣ ਰਜ਼ਾਈ, ਤੂੰ ਰਜਾ ਵਿੱਚ ਰਹਿ। ਜੀਵਾਂ ਨੂੰ ਰਜਾ ਵਿੱਚ ਰਹਿਣਾ ਚਾਹੀਦਾ ਹੈ। ਪਹਿਲਾਂ ਸਾਰੀ ਗੱਲ ਗਾਉਣ ਦੀ ਕੀਤੀ, ਸਮਾਪਤੀ ਕੀਤੀ ਰਜਾ ਵਿੱਚ ਰਹਿਣਾ ਚਾਹੀਦਾ ਹੈ। ਹੁਣ ਅਸੀਂ ਤਾਂ ਇਸ ਚੀਜ਼ ਦੇ ਆਦੀਆਂ, ਬਚਪਨ ਵਿੱਚ ਅਸੀਂ ਰੋਟੀ ਨਹੀਂ ਸੀ ਖਾਂਦੇ ਹੁੰਦੇ, ਛੋਟੇ ਹੁੰਦੇ, ਤੇ ਮਾਂ ਨੇ ਕੀ ਕਹਿਣਾ, ਮੂੰਹ 'ਚ ਰੋਟੀ ਪਾ ਕੇ ਦੇਖ, ਮੈਂ ਵੀ ਰੋਟੀ ਖਾਂਦੀ ਹਾਂ, ਦੇਖ ਤੇਰਾ ਵੀਰਾ ਵੀ ਰੋਟੀ ਖਾ ਰਿਹਾ, ਦੇਖ ਆ ਵੀ ਰੋਟੀ ਖਾ ਰਿਹਾ। ਤੇ ਪ੍ਰੇਰਨਾ ਕੀ ਦੇਣੀ, ਤੂੰ ਵੀ ਰੋਟੀ ਖਾਇਆ ਕਰ। ਜੇ ਮੈਂ ਖੇਡਦਾ ਨਹੀਂ ਸੀ ਹੁੰਦਾ ਤਾਂ ਵੀ ਮੇਰੇ ਵੱਡੇ ਕਹਿੰਦੇ ਸਨ, ਦੇਖ ਪਾਪਾ ਵੀ ਖੇਡ ਰਹੇ ਹੈ, ਦੇਖ ਬਿੱਟੂ ਵੀ ਖੇਡ ਰਿਹਾ ਹੈ, ਦੇਖ ਸਿੱਤੋ ਵੀ ਖੇਡ ਰਹੀ ਹੈ, ਤੇ ਕੀ ਕਹਿਣਾ, ਤੂੰ ਵੀ ਖੇਡਿਆ ਕਰ। ਸੱਚੇ ਪਾਤਸ਼ਾਹ ਉਦਾਹਰਨਾਂ ਜਿਹੜੀਆਂ ਹੋਣ, ਪ੍ਰੇਰਨਾ ਉਸੇ ਦੀ ਹੋਇਆ ਕਰਦੀ ਹੈ। ਪਰ ਇੱਥੇ ਉਦਾਹਰਨਾਂ ਗਾਉਣ ਦੀਆਂ ਨੇ ਤੇ ਪ੍ਰੇਰਨਾ ਰਜਾ ਵਿੱਚ ਰਹਿਣ ਦੀ ਹੈ। ਇਹ ਸਾਨੂੰ ਸਮਝ ਨਹੀਂ ਆਈ। ਦੂਜਾ ਸਵਾਲ, ਹਵਾ ਕਿਵੇਂ ਗਾ ਰਹੀ ਹੈ? ਉਹਦੀ ਕੋਈ ਜ਼ੁਬਾਨ ਹੈ? ਅੱਗ ਕਿਵੇਂ ਗਾ ਰਹੀ ਹੈ? ਉਹ ਕੀ ਬੋਲਦੀ ਹੈ? ਹੁਣ ਇਹਨਾਂ ਦੋਹਾਂ ਦਾ ਜਵਾਬ ਸਾਨੂੰ ਮਿਲੇ ਜਦੋਂ ਅਸੀਂ ਗੁਰੂ ਸਾਹਿਬ ਕੋਲ ਬੈਠਾਂਗੇ। ਸਤਿਗੁਰ ਕਹਿਣ ਲੱਗੇ, ਸਿਫਤ ਸਲਾਹਣ ਤੇਰਾ ਹੁਕਮ ਰਜ਼ਾਈ। ਤੇਰੀ ਰਜ਼ਾ ਵਿੱਚ ਰਹਿਣਾ, ਤੇਰੇ ਹੁਕਮ ਵਿੱਚ ਰਹਿਣਾ, ਇਹੀ ਤੇਰੀ ਸਿਫਤ ਸਲਾਹ ਕਰਨੀ ਹੈ। ਜੇ ਆਪਾਂ ਸਿਫਤ ਸਲਾਹ ਕਰਨੀ ਚਾਹੁੰਦੇ ਆ ਤਾਂ ਸਾਨੂੰ ਰੱਬ ਦੇ ਹੁਕਮ ਵਿੱਚ ਰਹਿਣਾ ਪਏਗਾ। ਹੁਣ ਗੱਲ ਸਮਝ ਆ ਗਈ? ਹਵਾ ਕਿਵੇਂ ਗਾ ਰਹੀ ਹੈ? ਉਹਦੇ ਹੁਕਮ ਵਿੱਚ ਹੈ। ਥੋੜਾ ਇਸ਼ਾਰਾ ਲੈ ਲਈਏ ਕਿਵੇਂ ਹੁਕਮ 'ਚ ਹੈ। ਇੱਕ ਗੁਬਾਰਾ ਹੋਵੇ, ਉਹਦੇ ਵਿੱਚ ਹਵਾ ਭਰ ਦਿੱਤੀ ਜਾਵੇ, ਬਿਲਕੁਲ ਮਾਮੂਲੀ ਜਿਹਾ ਛੇਦ ਕਰੀਏ ਕਿ ਉਹ 'ਚ ਹਵਾ ਟਿਕੀ ਰਹੇਗੀ? ਨਹੀਂ ਟਿਕੀ ਰਹੇਗੀ ਨਾ। ਆਪਣੇ ਸਰੀਰ ਬਾਰੇ ਕੀ ਖਿਆਲ ਹੈ? ਆਹ ਦੋ ਏਡੇ ਏਡੇ ਛੇਦ ਲੱਗੇ ਹੋਏ ਹੈ, ਆਹ ਕੰਨਾਂ ਰੁਕੀਆਂ ਮੋਰੀਆਂ ਲੱਗੀਆਂ ਹੋਈਆਂ ਨੇ, ਆਹ ਮੂੰਹ ਏਡਾ ਵੱਡਾ ਛੇਦ ਹੈ। ਹਵਾ ਕਿੱਥੇ ਭਲਾ? ਜੇ ਹਵਾ ਨਿਕਲ ਜਾਏ ਸਾਡੇ ਵਿੱਚੋਂ ਫਿਰ ਕੀ ਬਣੇਗਾ? ਇਹ ਹਵਾ ਕਿਸ ਤਰੀਕੇ ਨਾਲ ਇਹਨੇ ਛੇਦ ਹੋਣ ਦੇ ਬਾਵਜੂਦ ਵਿੱਚ ਟਿਕੀ ਹੋਈ ਹੈ? ਅੱਗ ਉੱਤੇ ਪਾਣੀ ਪਾ ਦਿਓ, ਕੀ ਹੋਏਗਾ ਭਲਾ? ਅੱਗ ਬੁਝੇਗੀ ਕਿ ਨਹੀਂ ਬੁਝੇਗੀ? ਬੁਝ ਜਾਏਗੀ। ਜਾਂ ਪਾਣੀ ਭਾਫ ਬਣ ਕੇ ਉੱਡ ਜਾਏਗਾ। ਇਹੀ ਕੁਝ ਹੋਏਗਾ ਨਾ। ਜਦੋਂ ਆਪਾਂ ਥਰਮਾਮੀਟਰ ਲਾਉਂਦੇ ਆ, ਉਦੋਂ ਟੈਂਪਰੇਚਰ ਠੀਕ ਰਹਿੰਦਾ ਨਾ, ਇੱਕੋ ਜਿੰਨਾ। 70% ਪਾਣੀ ਆ ਸਾਡੇ ਸਰੀਰ 'ਚ, ਤੇ ਸਾਡੇ ਵਿਚਲੀ ਜਿਹੜੀ ਅਗਨੀ ਹੈ ਘਟਾਉਂਦਾ ਕਿਉਂ ਨਹੀਂ? ਜਾਂ 70% ਪਾਣੀ ਭਾਫ ਬਣ ਕੇ ਉੱਡਦਾ ਕਿਉਂ ਨਹੀਂ? ਬੰਦਾ ਕਹਿੰਦਾ ਕਰਾਮਾਤ ਵਿਖਾਓ। ਕਰਾਮਾਤ ਹੀ ਤੇ ਹੈ, ਸਭ ਕੁਝ ਹੋਇਆ ਹੈ ਕਿ ਰੱਬ ਨੇ ਜੋ ਕੁਝ ਕੀਤਾ ਕਰਾਮਾਤ ਹੀ ਹੈ। ਇੱਕ ਗਲਾਸ ਲਓ, ਉਹ 'ਚ ਪਾਣੀ ਭਰੋ, ਮਿੱਟੀ ਪਾ ਦਿਓ ਉਹਦੇ ਵਿੱਚ, ਮਿੱਟੀ ਕਿੱਥੇ ਜਾਏਗੀ? ਥੱਲੇ ਬਹਿ ਜਾਏਗੀ। ਧਰਤੀ ਪੱਟੋ, ਮਿੱਟੀ ਥੱਲੋਂ ਪਾਣੀ ਨਿਕਲ ਆਉਂਦਾ। ਪਾਣੀ ਦੇ ਉੱਤੇ ਧਰਤੀ ਤਰਦੀ ਪਈ ਹੈ ਨਾ, ਮਤਲਬ ਤੁਹਾਡੇ ਸਾਹਮਣੇ ਇੱਥੇ ਪਾਣੀ ਨਿਕਲਦਾ ਹੈ, ਔਰ ਪਾਣੀ ਸਾਫ਼ ਨਿਕਲਦਾ ਹੈ, ਸਵੱਛ ਪਾਣੀ ਨਿਕਲਦਾ ਹੈ।
ਹੁਣ ਇਹ ਕਿਉਂ ਹੋ ਰਿਹਾ ਸਭ ਕੁਝ? ਕਿਉਂਕਿ ਮਾਲਕ ਦਾ ਹੁਕਮ ਹੈ, ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਤੁਸੀਂ ਸੋਚ ਕੇ ਵੇਖੋ ਵੀ ਲੱਕੜੀ ਤੇ ਅੱਗ ਇਕੱਠੇ ਰਹਿ ਸਕਦੇ? ਨਹੀਂ ਰਹਿ ਸਕਦੇ। ਰਹਿ ਤੇ ਰਹੇ। सगल बनस्पत में वैसंतर, बनस्पत में वनस्पति, वैसंतर मैंने अग, सारी जिन्नी भी वनस्पति है सारे विच ही अग रह रही है और प्रफुल्लित कर रही है उसको। फुल आ रहे ने, फल आ रहे ने, पत्ते आ रहे ने। की है? मेरे मालिक का हुक्म है। सारे उहदे हुक्म विच चल रहे ने। यही ते गाउणा है। हवा किवें गा रही है? रब दे हुक्म विच बद्धी कारज कर रही है। पानी किवें गा रहा है? रब दे हुक्म विच बद्धिया होया अपना कारज कर रहा। इस करके सानू भी प्रेरणा दी, तू भी हुक्म विच रहा कर, तू भी रब दी रजा विच खुश रहा कर। और एक गल होर समझ के फिर अगे चलीए। मैनूं ते इउं लगदा है जिवें स्कूलां ते कालजां विच ना प्रिंसीपल साहब दे दफ्तर दे बाहर एक बोर्ड लगा हुंदा सी, ਉਹਦੇ ਉੱਤੇ कई विद्यार्थियों के नाम लिखे होंदे सी, फोटो भी लगी होंदी सी। कई बारी ते मन विच ख्याल आउणा भी आ जिहड़ी फोटो लगी है बंदा वेखिआ ते कदे स्कूल है नहीं। थोड़ा ध्यान नाल वेखिआ ये ते 50 साल पहलां दा कोई विद्यार्थी है, 25 साल पहलां दा विद्यार्थी है, ते मन विच सवाल आना हद हो गई। ਜਿਹੜੇ ਤੋਂ ਪੜ੍ਹ ਕੇ ਚਲੇ ਗਏ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ, ਜਿਹੜੇ ਹੁਣ ਪੜ੍ਹ ਰਹੇ ਉਹਨਾਂ ਚੋਂ ਕਿਸੇ ਦੀ ਲਾਓ ਤਾਂ। ਫਿਰ ਅਧਿਆਪਕ ਨੇ ਕਹਿਣਾ ਇਹ ਤੁਹਾਡੇ ਅੰਦਰ ਉਤਸ਼ਾਹ ਭਰਨ ਵਾਸਤੇ ਹੈ, ਪ੍ਰੇਰਨਾ ਲੈਣ ਵਾਸਤੇ। ਇਹ ਆਮ ਨਹੀਂ ਹੈ। ਇਹ ਵੀ ਤੁਹਾਡੇ ਵਾਂਗੂ ਆਏ ਸੀ ਸਕੂਲ 'ਚ ਪੜ੍ਹਨ ਵਾਸਤੇ, ਪਰ ਇਹਨਾਂ ਨੇ ਕੁਝ ਕੀਤਾ ਹੈ। ਇਹ ਸਟੇਟ ਵਿੱਚ ਫਸਟ ਆਇਆ ਸੀ, ਇਹਨੇ ਇੱਥੋਂ 골ਡ ਮੈਡਲ ਲਿੱਤਾ ਸੀ, ਇਹਨੇ ਆਪਣਾ ਨਾਮ, ਮਾਪਿਆਂ ਦਾ ਨਾਮ, ਸਕੂਲ ਦਾ ਨਾਮ ਰੋਸ਼ਨ ਕੀਤਾ। ਇਹ ਇਸ ਕਰਕੇ ਸੂਚੀ ਲਗਾਈ ਗਈ ਕਿ ਇਹਨਾਂ ਨੂੰ ਵੇਖ ਕੇ ਤੁਹਾਡੇ ਅੰਦਰ ਵੀ ਚਾਅ ਪੈਦਾ ਹੋਵੇ। ਉਹ ਭਲਿਓ ਵੇਖੋ, ਹਵਾ ਵੀ ਗਾ ਰਹੀ, ਪਾਣੀ ਵੀ ਗਾ ਰਿਹਾ, ਸਾਰੇ ਗਾ ਰਹੇ, ਤੂੰ ਚੁੱਪ ਕਰਕੇ ਕਿਉਂ ਬੈਠਾ ਹੈ? ਤੇਰੇ ਅੰਦਰ ਵੀ ਚਾਅ ਪੈਦਾ ਹੋਵੇ। ਜੇ ਸਾਰੇ ਰੱਬ ਦੇ ਗੁਣ ਗਾਇਨ ਕਰ ਰਹੇ ਨੇ, ਸਾਰੇ ਰੱਬ ਦੀ ਰਜ਼ਾ ਵਿੱਚ ਖੁਸ਼ੀ ਖੁਸ਼ੀ ਆਪਣਾ ਕਾਰਜ ਕਰ ਰਹੇ ਨੇ, ਤੂੰ ਰੱਬ ਦੀ ਰਜ਼ਾ ਤੋਂ ਬਾਹਰ ਹੋਣ ਦਾ ਯਤਨ ਕਿਉਂ ਕਰ ਰਿਹਾ? ਤੂੰ ਕਿਉਂ ਖਿੱਚ ਰਿਹਾ? ਤੂੰ ਕਿਉਂ ਨਹੀਂ ਖੁਸ਼ ਰਹਿੰਦਾ? ਤੂੰ ਰੱਬ ਦੇ ਹੁਕਮ ਵਿੱਚ ਆਪਣੀ ਜ਼ਿੰਦਗੀ ਕਿਉਂ ਨਹੀਂ ਬਤੀਤ ਕਰਦਾ? ਮੇਰੇ ਮਾਲਕ ਕਹਿੰਦੇ ਨਾਨਕ ਰਹਿਣ ਰਜ਼ਾਈ, ਨਾਨਕ ਰਹਿਣ ਰਜ਼ਾਈ, ਨਾਨਕ ਰਹਿਣ ਰਜ਼ਾਈ, ਨਾਨਕ ਰਹਿਣ ਰਜ਼ਾਈ। आओ जी अगली पढ़िए। मुन्ना संतोष श्रम पद छोली, ध्यान की करें धूत। मुन्ना संतोष श्रम पद छोली, ध्यान की करें विभूत। चिंता काल कुआरी काया, जुगत डंडा प्रतीत। चिंता काल कुआरी काया, जुगत डंडा प्रतीत। आई पंथी सगल जमाती, मन जीते जग जीत। आई पंथी सगल जमाती, मन जीते जग जीत। आदेश से आदेश, आद अनील अनाद अनाहत, जुग जुग एको वेश। आदेश से आदेश, आद अनील अनाद अनाहत, जुग जुग एको वेश। उगत ज्ञान दया भंडारण, कट कट वाजै नाद। उगत ज्ञान दया भंडारण, कट कट वाजै नाद। आप नाथ नाथी सब जाकी, हृद सिद्ध अवरा सार। आप नाथ नाथी सब जाकी, हृद सिद्ध अवरा साध। संजोग जोग तो कार चलावे, लिखे आवे पाग। संजोग जोग तो कार चलावे, लेखे आवे पाग। आदेश से आदेश, आद अनील अनाद अनाहत, जुग जुग एको वेश। आदेश से आदेश, आद अनील अनाद अनाहत, जुग जुग एको वेश। ਧਰਮ ਦੀ ਦੁਨੀਆ ਦੇ ਵਿੱਚ ਜਿਹੜੇ ਸਮਝਦਾਰ ਰੱਬੀ ਪਿਆਰ ਵਾਲੇ ਹੋਏ, ਰੱਬ ਦੀਆਂ ਗੱਲਾਂ ਕੀਤੀਆਂ,
ਉਹਨਾਂ ਦੀਆਂ ਗੱਲਾਂ ਸੁਣ ਲਈ। ਇੱਕ ਤੋਂ ਬਾਅਦ ਦੋ, ਦੋ ਤੋਂ ਬਾਅਦ ਚਾਰ, ਚਾਰ ਤੋਂ ਬਾਅਦ 10 ਪ੍ਰਾਣੀ ਇਕੱਠੇ ਹੋਣੇ ਸ਼ੁਰੂ ਹੋ ਗਏ, ਕਿਉਂਕਿ ਜਿੱਥੇ ਫੁੱਲ ਹੁੰਦਾ ਹੈ ਉੱਥੇ ਭੰਵਰੇ ਪਹੁੰਚ ਜਾਂਦੇ। ਹੁਣ ਜਦੋਂ ਇੱਕ ਕਾਫੀ ਸਮੂਹ ਬਣ ਗਿਆ ਤੇ ਫਿਰ ਇਹਨਾਂ ਨੂੰ ਵੇਖ ਕੇ ਹੋਰਾਂ ਵਿੱਚ ਵੀ ਪ੍ਰੇਰਨਾ ਪੈਦਾ ਹੋਵੇ, ਇਹਨਾਂ 'ਚ ਭਰਾਤਰੀ ਭਾਵ ਪੈਦਾ ਹੋਵੇ। ਇਹਨਾਂ ਦੀ ਇੱਕ ਡਰੈਸ ਨਿਯਤ ਕਰ ਦਿੱਤੀ ਗਈ। ਹਰੇਕ ਧਰਮ ਦੀ ਵੇਖੋ ਤੁਸੀਂ ਇੱਕ ਡਰੈਸ ਜਿਹੜੀ ਹੈ ਨਾ, ਇੱਕ ਪਹਿਰਾਵਾ ਜਿਹੜਾ ਹੈ ਉਹ ਨਿਯਤ ਹੈ। ਉਸ ਪਹਿਰਾਵੇ ਵਿੱਚੋਂ ਕੁਝ ਸਿੱਖਿਆ ਲੈਣ ਵਾਸਤੇ ਸਿਆਣਿਆਂ ਨੇ ਕਈ ਵਾਰੀ ਉਹ ਪੋਸ਼ਾਕ ਜਿਹੜੀ ਆ ਬਣਾਈ। ਤੁਸੀਂ ਵੇਖੋ ਸਕੂਲ ਦੇ ਵਿੱਚ ਵਿਦਿਆਰਥੀ ਪੜ੍ਹਨ ਜਾਂਦੇ ਹਨ, ਪਰ ਉਹਨਾਂ ਦੀ ਡਰੈਸ ਇੱਕੋ ਹੀ ਹੁੰਦੀ ਹੈ ਨਾ, ਤਾਂ ਕਿ ਇਹਨਾਂ ਵਿੱਚ ਭਰਾਤਰੀ ਭਾਵ ਪੈਦਾ ਹੋਵੇ। ਤੇ ਦੂਜਾ ਇਹ ਹੈ ਕਿ ਉਹ ਜਿਹੜੀ ਡਰੈਸ ਹੈ ਨਾ, ਉਹ ਸਕੂਲ ਦਾ ਇਸ਼ਤਿਹਾਰ ਵੀ ਹੁੰਦਾ ਹੈ। ਇਹ ਬੱਚਾ ਚੰਗਾ ਹੈ, ਵਧੀਆ ਤਰੀਕੇ ਦੇ ਨਾਲ ਪੜ੍ਹ ਰਿਹਾ ਹੈ, ਵਧੀਆ ਤਰੀਕੇ ਨਾਲ ਸੜਕ ਤੇ ਜਾ ਰਿਹਾ ਹੈ, ਉਹਦਾ ਨਾਂ ਤੇ ਕਿਸੇ ਨੂੰ ਨਹੀਂ ਪਤਾ ਨਾ, ਪਰ ਉਹਦੀ ਡਰੈਸ ਦੱਸ ਦਿੰਦੀ ਵੀ ਫਲਾਣੇ ਸਕੂਲ ਦਾ ਬੱਚਾ ਹੈ। ਮੈਂ ਵੀ ਆਪਣੇ ਬੱਚੇ ਨੂੰ ਇਸੇ ਸਕੂਲ 'ਚ ਪਾਵਾਂਗਾ ਤਾਂ ਕਿ ਮੇਰੇ ਬੱਚੇ ਨੂੰ ਵੀ ਇਹੋ ਜਿਹੇ ਸੰਸਕਾਰ ਮਿਲਣ। ਕਈ ਪੱਖ ਤੋਂ ਇਹ ਇੱਕ ਡਰੈਸ ਜਿਹੜੀ ਕੰਮ ਕਰਦੀ ਹੈ। ਹੁਣ ਸਿਆਣੇ ਜਿਹੜੇ ਸਨ, ਜਿਹੜੇ ਰੱਬ ਦੀ ਗੱਲ ਕਰਦੇ ਸਨ, ਜਿਹੜੇ ਸਾਰਿਆਂ ਨੂੰ ਇੱਕ ਜੋੜ ਕੇ ਰੱਖਣਾ ਚਾਹੁੰਦੇ ਸਨ, ਸਮਾਂ ਬੜਾ ਬਲਵਾਨ ਹੈ, ਸਮਾਂ ਸਭ ਨੂੰ ਖਾ ਜਾਂਦਾ ਹੈ। ਚੜ੍ਹਾਈ ਕਰਕੇ ਹੁਣ ਚੜ੍ਹਾਈ ਕਰਨ ਤੋਂ ਬਾਅਦ ਉਹਨਾਂ ਦੀ ਥਾਂ ਦੇ ਉੱਤੇ ਕਿਸੇ ਹੋਰ ਨੇ ਸੇਵਾ ਸੰਭਾਲ ਲਈ, ਕੰਮ ਚੱਲਦਾ ਰਿਹਾ, ਖਰਾਬ ਹੋ ਗਿਆ। ਪਰ ਇੱਕ ਸਮੇਂ ਐਸਾ ਮੰਦਭਾਗਾ ਸਮਾਂ ਆਇਆ ਜਦੋਂ ਇਹ ਸੋਚ ਹੋਈ ਕਿ ਬੜੇ ਲੋਕ ਪੈਰੋਕਾਰ ਨੇ, ਬੜੇ ਮੱਥਾ ਟੇਕਣ ਵਾਲੇ ਨੇ, ਬੜਾ ਮੰਨਣ ਵਾਲੇ ਨੇ, ਕਿੰਨਾ ਚੰਗਾ ਹੋਇਆ ਮੈਂ ਬਹਿ ਜਾ। ਉਸ ਖਿੱਚੋ ਤਾਣੀ ਵਿੱਚ ਚਲਾਕ ਅਨਸਰ, ਜਿਹਦੇ ਅੰਦਰ ਰੱਬ ਦਾ ਪਿਆਰ ਨਹੀਂ ਹੈ, ਜੋ ਚਲਾਕ ਹੈ, ਉਹ ਬਹਿ ਗਿਆ, ਮੁਖੀਓ ਬਣ ਗਿਆ। ਹੁਣ ਚੇਤੇ ਰੱਖਣਾ, ਜਿਹਦੇ ਕੋਲ ਜੋ ਹੈ ਉਹੀ ਦੂਜੇ ਨੂੰ ਦੇ ਸਕਦਾ ਹੈ। ਹੁਣ ਗਿਆਨ ਤੇ ਹੈ ਨਹੀਂ, ਸਾਰਾ ਧਿਆਨ ਵਰਦੀ ਤੇ ਲਾਤਾ, ਵਰਦੀ ਤੇ ਲਾਤਾ। ਇਉਂ ਕਰਨਾ ਹੈ, ਹੁਣ ਅਸੀਂ ਇਉਂ ਕਰਨਾ। ਉੱਥੇ ਸੋਚ ਕੇ ਵੇਖੋ ਵੀ ਜਿਸ ਸਕੂਲ 'ਚ ਵਰਦੀ ਤੇ ਧਿਆਨ ਦਿੱਤਾ ਜਾਵੇ ਤੇ ਪੜ੍ਹਾਈ ਦੀ ਕੋਈ ਗੱਲ ਨਾ ਹੋਵੇ, ਉੱਥੋਂ ਕਿੰਨੇ ਕੁ ਇੰਜੀਨੀਅਰ ਪੈਦਾ ਹੋਣਗੇ, ਕਿੰਨੇ ਕੁ ਡਾਕਟਰ ਪੈਦਾ ਹੋਣਗੇ? ਨਹੀਂ ਪੈਦਾ ਹੋਣਗੇ ਨਾ। ਏਦਾਂ ਹੀ ਇੱਥੇ ਡਰੈਸ ਵਿੱਚ ਧਿਆਨ ਦਿੱਤਾ ਜਾਣ ਲੱਗ ਪਿਆ। ਹੁਣ ਰੱਬ ਦੇ ਨਾਲ ਜੁੜੀ ਰੂਹ ਨਾ ਪੈਦਾ ਹੋ ਸਕੀ। ਹੁਣ ਪ੍ਰਭੂ ਪਿਆਰੇ ਨਹੀਂ ਪੈਦਾ ਹੋ ਰਹੇ। ਹਾਂ, ਡਰੈਸ ਪਾ ਕੇ ਇਹ ਬਹੁਤ ਹੈ ਕਿ ਮੈਂ ਧਰਮੀ ਹਾਂ ਜੀ, ਮੈਂ ਉਹਦੇ ਨਾਲ ਜੁੜਿਆ ਹੋਇਆ। ਬੱਚੇ ਤਾਂ ਪਹਿਲਾਂ ਹੀ ਚਾਹੁੰਦੇ ਆ ਪੜ੍ਹਾਓ ਨਾ, ਡਰੈਸ ਠੀਕ ਹੈ, ਡਰੈਸ ਆਪਾਂ ਕੀਮਤੀ ਤੋਂ ਕੀਮਤੀ ਪਾ ਲਵਾਂਗੇ। ਬਸ ਸੋਚ ਕੇ ਵੇਖੋ, ਸਾਡਾ ਬੱਚਾ ਆਵੇ, ਅੱਜ ਟਰਾਫੀ ਫੜੀ ਹੋ ਗਈ ਉਸਨੇ, ਮਾਂ ਮੈਂ ਫਸਟ ਆਇਆ, ਮੈਂ ਕਮਾਲ ਕਰ ਦਿੱਤੀ, ਮਾਂ ਖੁਸ਼ ਹੋ ਜਾਏਗੀ, ਮੇਰੇ ਪੁੱਤ ਨੇ ਜਿਹੜੀ ਹੈਗੀ ਆ ਉਹ ਪਿਓ ਦਾ ਨਾਮ ਰੋਸ਼ਨ ਕੀਤਾ। ਮੈਂ ਪਹਿਲੇ ਥਾਂ ਤੇ ਆਇਆ, ਇਹਦੇ ਤੇ ਮੈਂ ਰੋਜ਼ ਡਰੈਸ ਧੋ ਕੇ ਪਾਉਂਦਾ ਸੀ ਨਾ, ਮੈਂ ਚੰਗੀ ਪਾਉਂਦਾ ਸੀ ਨਾ, ਪ੍ਰੈਸ ਕਰਕੇ ਪਾਉਂਦਾ ਸੀ ਨਾ, ਗੰਦੀ ਨਹੀਂ ਸੀ ਨਾ ਕਰਦਾ, ਮੈਂ ਪੁਰਾਣੀ ਵੀ ਨਹੀਂ ਪਾ ਕੇ ਗਿਆ। ਤੁਸੀਂ ਵੀ ਬੜੀ ਰਹਿਮਤ ਕੀਤੀ, ਮੈਂ ਨਵੀਂ ਲੈ ਕੇ ਦਿੰਦੇ ਰਹੇ, ਤੇ ਉਹਦੇ ਵਿੱਚੋਂ ਪਹਿਲਾ ਪ੍ਰਾਈਜ਼ ਹੈ। ਪੂਰੇ ਸਕੂਲ ਵਿੱਚ ਮੇਰੇ ਪਹਿਲੇ ਸਥਾਨ ਤੇ ਆਏ, ਮੇਰੀ ਵਰਦੀ ਸਭ ਤੋਂ ਚੰਗੀ ਰਹੀ ਪੂਰੇ ਸਾਲ। ਮਾਂ ਖੁਸ਼ ਹੋਏਗੀ ਨਾ। ਤੇ ਨਾਲ ਹੀ ਕਹਦੇ, ਮਾਂ ਪਰ ਇੱਕ ਗੱਲ ਹੋਰ ਹੈ ਕਿ ਮੈਂ ਫੇਲ ਹੋ ਗਿਆ। ਹੁਣ ਮਾਂ ਉਸ ਟਰਾਫੀ ਨੂੰ ਕੀ ਕਰੇ ਦੱਸੋ? ਉਹ ਕਹੇਗੀ, ਪੁੱਤ ਵੀ ਤੈਨੂੰ ਮੈਂ ਆਹ ਟਰਾਫੀ ਜਿੱਤਣ ਵਾਸਤੇ ਭੇਜਦੀ ਸੀ ਕਿ ਪਾਸ ਹੋਣ ਵਾਸਤੇ ਭੇਜਦੀ ਸੀ? ਏਦਾਂ ਆਪਾਂ ਧਰਮ ਦੇ ਉੱਤੇ, ਪਹਿਰਾਵਿਆਂ ਦੇ ਉੱਤੇ ਬਹੁਤ ਲੜ ਰਹੇ ਹਾਂ, ਪਰ ਜੋ ਅੰਦਰ ਗੁਣ ਦੀ ਗੱਲ ਹੈ ਨਾ, ਉਹ ਅੰਦਰ ਧਾਰਨ ਨਹੀਂ ਕਰ ਰਹੇ। ਯਾਦ ਰੱਖਣਾ, ਖਾਲੀ ਵਰਦੀ ਕੁਝ ਨਹੀਂ ਉਹ ਕਰਦੀ, ਅੰਦਰ ਗੁਣ ਹੋਣੇ ਚਾਹੀਦੇ ਨੇ। ਡਾਕਟਰ ਦੀ ਵਰਦੀ ਪਾਈ ਹੋਵੇ ਕਿਸੇ ਨੇ ਤੇ ਆਪਰੇਸ਼ਨ ਕਰਨਾ ਨਾ ਆਉਂਦਾ ਹੋਵੇ, ਕੀ ਬਣੇਗਾ ਦੱਸੋ? ਬੰਦਿਆਂ ਨੂੰ ਮਾਰੇਗਾ। ਵਕੀਲ ਦੀ ਵਰਦੀ ਪਾਈ ਹੋਵੇ ਪਰ ਕਾਨੂੰਨ ਦਾ ਕੁਝ ਪਤਾ ਹੀ ਨਾ ਹੋਵੇ, ਉਹਦੇ ਹਾਜ਼ਰ ਮੁਕੱਦਮਾ ਆ ਗਿਆ, ਉਹ ਤਾਂ ਬੰਦਾ ਹੋ ਗਿਆ ਫਿਰ ਪਾਰ, ਉਹ ਤਾਂ ਫਸ ਜਾਏਗਾ ਉਲਟਾ। ਖਾਲੀ ਵਰਦੀ ਨਹੀਂ, ਗੁਣ ਕੰਮ ਕਰਦਾ ਹੈ। ਵਰਦੀ ਦੀ ਕੀਮਤ ਤਾਂ ਪੈਂਦੀ ਹੈ ਜੇ ਅੰਦਰ ਗੁਣ ਨਹੀਂ ਹੋਣ। ਸਤਿਗੁਰੂ ਦੀ ਧਰਮ ਸਕੂਲਾਂ ਵਿੱਚ ਜਾ ਕੇ ਦੇਖਦੇ ਨੇ ਕਿ ਵਰਦੀ ਤੇ ਬੜੀ ਸੋਹਣੀ ਹੈ, ਗੋਈ ਧੋਤੀ, ਬਸਤਰ, ਕਪਾਟ, ਗਲ ਮਾਲਾ,
ਤਿਲਕਲੀ ਲੱਟ ਬੜੀ ਵਧੀਆ ਲੱਗ ਰਹੀ ਹੈ। ਮੱਥੇ ਟਿੱਕਾ, ਤੇਲ ਧੋਤੀ ਖਖਾਈ, ਪਰ ਅਗਲੀ ਗੱਲ ਕੀ ਹੈ? ਹੱਥ ਛੁਰੀ, ਜਗਤ ਦਾ ਸਾਈ। ਵਰਦੀ ਇੰਨੀ ਸੋਹਣੀ, ਕੰਮ ਇੰਨੇ ਮਾੜੇ। ਇਹ ਤਾਂ ਉਦਾਂ ਦੀ ਗੱਲ ਹੋ ਗਈ ਜਿਵੇਂ ਇੱਕ ਪਿੰਡ ਸੀਗਾ, ਉਸ ਪਿੰਡ ਦੇ ਵਿੱਚ ਡਾਕੂ ਬਾਹਰੋਂ ਆ ਕੇ ਹਮਲਾ ਕਰਦੇ ਸਨ। ਬਾਹਰੋਂ ਆ ਕੇ ਹਮਲਾ ਡਾਕੂ ਕਰਦੇ ਸਨ, ਲੁੱਟ ਕੇ ਲੈ ਜਾਂਦੇ ਸਨ। ਪਿੰਡ ਵਾਲੇ ਡਰੇ ਰਹਿਣੇ ਹਰ ਵੇਲੇ, ਉਹਨਾਂ ਨੇ ਮਿਹਨਤ ਕਰਨੀ, ਪਰ ਹੁਣ ਲੁੱਟੇ ਗਏ ਕਿ ਹੁਣ ਲੁੱਟੇ ਗਏ। ਸਮਾਂ ਲੰਘਦਾ ਗਿਆ, ਕਿਤੇ ਉਸ ਪਿੰਡ ਵਿੱਚ ਇੱਕ ਫੌਜੀ ਆ ਗਿਆ। ਉਹਨੇ ਵੇਖਿਆ ਵੀ ਥਾਂ ਠੀਕ ਲੱਗਦੀ ਹੈ, ਮੈਂ ਇੱਥੇ ਟਿਕਾਣਾ ਕਰ ਲਵਾਂ। ਹੁਣ ਫੌਜੀ ਕੋਲ ਆਪਣਾ ਰਾਈਫਲ ਵੀ ਹੈਗੀ ਹੈ, ਉਹਦੇ ਕੋਲ ਹੁਨਰ ਵੀ ਹੈਗਾ। ਕਿਤੇ ਉਹਦੇ ਵੇਲੇ ਡਾਕੂ ਆ ਗਿਆ। ਫੌਜੀ ਤਾਂ ਫੌਜੀ ਹੈ, ਉਹਨੇ ਮੁਕਾਬਲਾ ਕਰਨ ਤਾਂ ਲਈ ਉਹਨੇ 2-3 ਫਾਇਰ ਕੀਤੇ। ਇੱਕ ਅੱਧਾ ਬੰਦਾ ਡਿੱਗਿਆ, ਉਹ ਤਾਂ ਭੱਜ ਗਏ। ਹੁਣ ਤਾਂ ਉਧਰੋਂ ਵੀ ਗੋਲੀਆਂ ਚੱਲਦੀਆਂ। ਇਹ ਪਹਿਲਾ ਦਿਨ ਸੀ ਜਦੋਂ ਡਾਕੂ ਆਏ, ਪਰ ਲੁੱਟ ਕੇ ਨਹੀਂ ਗਏ, ਦੌੜ ਕੇ ਗਏ। ਪਿੰਡ ਵਾਲੇ ਨੱਚਣ ਲੱਗ ਪਏ ਤੇ ਨਾਲ ਬੇਨਤੀ ਕੀਤੀ ਵੀ ਤੁਸੀਂ ਹੁਣ ਇੱਥੇ ਵਸ ਜਾਓ, ਤੁਹਾਡਾ ਪਰਿਵਾਰ ਤਾਂ ਵਸੇਗਾ, ਸਾਡਾ ਪਰਿਵਾਰ ਵੀ ਵਸ ਸਕੇਗਾ, ਨਹੀਂ ਤਾਂ ਭੁੱਖੇ ਮਰ ਜਾਵਾਂਗੇ। ਤੁਸੀਂ ਦੱਸੋ ਅਸੀਂ ਕੀ ਤੁਹਾਡੀ ਸੇਵਾ ਕਰੀਏ। ਫਿਰ ਫੌਜੀ ਵੀ ਸਿਆਣਾ ਸੀ, ਉਹਨੇ ਕਿਹਾ ਮੈਂ ਇੱਥੇ ਕੇ ਜਾਂਦੇ। ਨਾਲੇ ਉਹਨੇ ਆਪਣਾ ਇੰਤਜ਼ਾਮ ਕਰ ਲਿਆ। ਉਹ ਡਾਕੂਆਂ ਨੇ ਇੱਕ ਦੋ ਵਾਰੀ ਯਤਨ ਕੀਤਾ, ਇਹਨੇ ਭਜਾ ਦਿੱਤੇ। ਸਮਾਂ ਲੰਘ ਗਿਆ, ਫੌਜੀ ਚੜਾਈ ਕਰ ਗਏ। ਹੁਣ ਪਿੰਡ ਵਾਲੇ ਬੜੇ ਕਹਿੰਦੇ ਫੌਜੀ ਚਲੇ ਗਿਆ। ਜਦੋਂ ਅਸੀਂ ਬੜਾ ਆਰਾਮ ਸੀ, ਅਸੀਂ ਰੱਜ ਕੇ ਰੋਟੀ ਖਾਂਦੇ ਸਾਂ, ਡਾਕੂ ਨਹੀਂ ਸੀ ਮੂੰਹ ਕਰਦੇ, ਇਹ ਤਾਂ ਹੁਣ ਚਲੇ ਗਿਆ ਤੇ ਡਾਕੂ ਫੇਰ ਆਉਣਗੇ, ਸਾਨੂੰ ਕੁਝ ਕਰਨਾ ਚਾਹੀਦਾ। ਉਹਨਾਂ ਸਿਆਣਿਆਂ ਨੇ ਵੀ ਗੱਲ ਕੀਤੀ, ਦੂਜਾ ਫੌਜੀ ਜਿਹੜਾ ਹੈ ਨਾ ਉਹ ਪੈਦਾ ਕਰਨਾ ਪਏਗਾ। ਐਨ ਉਸੇ ਕੱਦ ਦਾ ਇੱਕ ਬੰਦਾ ਚੁਣਿਆ, ਉਹਦੀ ਵਰਦੀ ਲਾ ਕੇ ਉਹਦੇ ਪਵਾ ਦਿੱਤੀ ਤੇ ਉਹਦਾ ਜਿਹੜਾ ਹਥਿਆਰ ਸੀ ਉਹਦੇ ਮੋਢੇ ਤੇ ਲਟਕਾ ਕੇ ਕਹਿਣ ਲੱਗਾ, ਅੱਜ ਤੋਂ ਸਾਡੇ ਪਿੰਡ ਦਾ ਫੌਜੀ ਤੂੰ, ਤੇਰੀ ਜ਼ਿੰਮੇਵਾਰੀ। ਉਹ ਵੀ ਕਹਿੰਦਾ ਕੋਈ ਗੱਲ ਨਹੀਂ। ਉਧਰ ਡਾਕੂਆਂ ਕੋਲ ਖਬਰ ਪਹੁੰਚ ਵੀ ਉਹ ਤਾਂ ਗਿਆ ਫੌਜੀ ਜੋ ਮੁਕਾਬਲਾ ਕਰਦਾ ਸੀ। ਉਹ ਪਹਿਲੀ ਭਰੇ ਪੀਤੇ ਬੈਠੇ ਸਨ, ਉਹਨਾਂ ਨੇ ਹਮਲਾ ਕਰ ਦਿੱਤਾ। ਜਦੋਂ ਉਹਨਾਂ ਨੇ ਹਮਲਾ ਕੀਤਾ, ਸਭ ਹਫੜਾ ਦਫੜੀ ਮੱਚ ਗਈ, ਸਭ ਦੌੜ ਗਏ ਤੇ ਕਿਸ ਨੇ ਆਵਾਜ਼ ਮਾਰੀ, ਫੌਜੀ ਕਿੱਥੇ ਹੈ? ਫੌਜੀ ਲੱਭੇ ਨਾ। ਸਾਰੇ ਫੌਜੀ ਨੂੰ ਲੱਭਣ ਤੇ ਇੱਕ ਬੰਦੇ ਨੇ ਰੋਲਾ ਪਾਇਆ, ਲੱਭ ਗਿਆ ਫੌਜੀ। ਕਹਿੰਦੇ ਫੌਜੀ ਕਿੱਥੇ? ਕਹਿੰਦੇ ਫੌਜੀ ਮੰਜੇ ਥੱਲੇ ਹੈ। ਉਹ ਬਾਹਰ ਖਿੱਚਣ, ਬਾਹਰ ਨਿਕਲ, ਤੂੰ ਫੌਜੀ ਹੈ। ਉਹ ਅੰਦਰ ਜਾਵੇ, ਤੂੰ ਬਾਹਰ ਨਿਕਲ। ਕਹਿੰਦੇ ਤਾਂ ਬੰਦੂਕ ਲੈ ਜਾਓ, ਤੈਨੂੰ ਫੌਜੀ ਬਣਾਇਆ, ਤੈਨੂੰ ਪਵਾਈ ਆ ਵਰਦੀ, ਕਹਿੰਦਾ ਵਰਦੀ ਲੈ ਜਾਓ, ਮੈਨੂੰ ਮੰਜੇ ਥੱਲੇ ਰਹਿਣ ਦਿਓ ਤੁਸੀਂ। ਕਹਿਣ ਦਾ ਮਤਲਬ ਹੈ ਖਾਲੀ ਵਰਦੀ ਪਾ ਕੇ ਥੋੜਾ ਕੋਈ ਸੂਰਬੀਰ ਬਣ ਜਾਏਗਾ। ਐਡੀ ਧਰਮ ਦੀ ਦੁਨੀਆ ਵਿੱਚ ਹੀ ਮਾਫ ਕਰਨਾ, ਸਾਡੇ ਵਰਗਿਆਂ ਨੇ ਵਰਦੀਆਂ ਹੀ ਪਾਈਆਂ ਬਹੁਤੀਆਂ, ਅੰਦਰ ਗੁਣ ਨਹੀਂ ਹੈ। ਅੱਜ ਮੇਰੇ ਮਾਲਕ ਸਮਝਾ ਰਹੇ ਨੇ, ਬੇਸ਼ੱਕ ਗੱਲ ਜੋਗੀ ਨਾਲ ਚੱਲ ਰਹੀ ਹੈ, ਇੱਥੇ ਸਮਝੇ ਸਾਡੇ ਨਾਲ ਹੀ ਚੱਲ ਰਹੀ ਹੈ। ਬਾਹਰੋਂ ਮੁੰਦਰਾ ਪਾਈਆਂ, ਅੰਦਰ ਸੰਤੋਖ ਕੋਈ ਨਹੀਂ। ਪਰ ਕੱਚ ਦੀਆਂ ਮੁੰਦਰਾ ਹੈ ਨਾ, ਕੱਚ ਕਿਸ ਚੀਜ਼ ਦਾ ਪ੍ਰਤੀਕ ਹੈ? ਵੀ ਸੋਨੇ ਮਗਰ ਨਹੀਂ ਦੌੜਦਾ, ਕੀਮਤੀ ਮਗਰ ਨਹੀਂ ਦੌੜਦਾ, ਸੰਤੋਖ ਹੈ। ਹੁਣ ਕੱਚ ਦੀਆਂ ਮੁੰਦਰਾਂ ਤੇ ਬਾਹਰ ਹੈ, ਅੰਦਰ ਲਾ ਦੇ, ਅੰਦਰ ਸੰਤੋਖ ਹੈ ਹੀ ਨਹੀਂ। ਹਜ਼ੂਰ ਕਹਿਣ ਲੱਗੇ, ਭਾਈ ਅਸੀਂ ਵੀ ਅਸਲ ਜੋਗੀ ਹੁੰਦੇ ਆ। ਉਹ ਕਹਿਣ ਲੱਗੇ ਤੁਹਾਡੀ ਮੁਦਰਾਵਾਂ ਤੇ ਹੈ ਨਹੀਂ। ਕਹਿੰਦੇ ਅਸਲ ਜੋਗੀਆਂ ਨੇ ਪਾਈਆਂ ਹੁੰਦੀਆਂ ਤਾਂ ਦਿੰਦੀਆਂ ਨੇ। ਅਸੀਂ ਵੀ ਜੋਗੀ ਆ, ਤੁਹਾਡੀ ਝੋਲੀ ਤੇ ਹੈ ਨਹੀਂ। ਕਹਿਣ ਲੱਗੇ ਅਸਲ ਜੋਗੀ ਵੀ ਝੋਲੀ ਰੱਖਦੇ ਨੇ, ਪਰ ਤੁਹਾਨੂੰ ਦਿਸਦੀ ਨਹੀਂ। ਤੁਸੀਂ ਵਿਭੂਤੀ ਤੇ ਮਲੀ ਨਹੀਂ। ਕਹਿਣ ਲੱਗੇ ਅਸਲ ਜੋਗੀ ਜੋ ਵਿਭੂਤੀ ਮਿਲਦੇ ਤੁਹਾਨੂੰ ਦਿਸਦੀ ਨਹੀਂ। ਕਿਹੜੀ ਵਿਭੂਤੀ? ਤੇ ਮੇਰੇ ਮਾਲਕ ਕਹਿਣ ਲੱਗੇ ਮੁੱਦਾ ਸੰਤੋਖ। ਅਸਲ ਜਿਹੜੇ ਜੋਗੀ ਨੇ ਨਾ, ਉਹ ਸੰਤੋਖ ਸਬਰ ਦੀਆਂ ਮੁਦਰਾਵਾਂ ਪਹਿਨਦੇ ਨੇ। ਉਹ ਭੀਖ ਨਹੀਂ ਮੰਗਦੇ। ਸ਼ਰਮ ਦਾ ਅਰਥ ਹੈ ਉਦਮ। ਪੱਤ ਦੇ ਤੱਤੇ ਨੂੰ ਔਂਕੜ ਹੈ, ਇਹਦਾ ਅਰਥ ਇੱਜ਼ਤ ਨਹੀਂ ਹੋ ਸਕਦਾ। ਇਹਦਾ ਅਰਥ ਹੈ ਪਾਤਰ, ਭਾਂਡਾ, ਜੋ ਹੱਥ ਚਿੱਪੀ ਪਕੜਦੇ ਨੇ ਮੰਗਣ ਵਾਸਤੇ। ਜਿਹੜੇ ਅਸਲ ਜੋਗੀ ਨੇ ਨਾ, ਉਹਨਾਂ ਦਾ ਸ਼ਰਮ, ਉਹਨਾਂ ਦਾ ਉਦਮ ਹੀ ਉਹਨਾਂ ਵਾਸਤੇ ਝੋਲੀ ਹੈ ਤੇ ਉਹ ਖੱਪਰ ਹੈ ਜੋ ਉਹਨਾਂ ਨੂੰ ਰਜਾਉਂਦਾ ਹੈ। ਉਹ ਮੰਗਦੇ ਨਹੀਂ ਹੈਗੇ। ਧਿਆਨ ਕੀ ਕਰੇ ਵਿਭੂਤ। ਹੁਣ ਵਿਭੂਤ ਮੰਨ ਲਈ, ਉੱਪਰ ਸਵਾਹ ਮੰਨ ਲਈ। ਸਵਾਹ ਦਾ ਮਤਲਬ ਕੀ ਹੈ? ਧਿਆਨ ਰਹੇ, ਧਿਆਨ ਰਹੇ ਵੀ ਜੇ ਸਵਾਹ ਹੋ ਜਾਏ ਨਾ ਤੇ ਅੰਦਰ ਅੱਗ ਨਹੀਂ ਰਹਿੰਦੀ।
ਹੁਣ ਸੁਆਹ ਬਾਹਰੋਂ ਮਰੀ ਹੋਈ ਹੈ, ਅੰਦਰ ਦੇ ਸ਼ਰਾਬ ਤੇ ਸ਼ਰਾਬ, ਕਿ ਜੇ ਸੇਵਾ ਨਹੀਂ ਕੀਤੀ ਉਹਨੂੰ ਸ਼ਰਾਬ ਦੇ ਦਿੱਤਾ, ਜਿਹਨੇ ਪੈਰੀ ਹੱਥ ਨਹੀਂ ਲਾਇਆ ਉਹਨੂੰ ਸ਼ਰਾਬ ਦਿੱਤਾ। ਇਹ ਤਾਂ ਅੱਗ ਨਾਲ ਮਚੇ ਪਏ ਪੂਰੇ ਦੇ ਪੂਰੇ। ਉਹ ਕਹਿੰਦੇ ਨਹੀਂ, ਜੋ ਅਸਲ ਜੋਗੀ ਨੇ ਉਹ ਧਿਆਨ ਕੀ ਕਰਨ, ਵਿਭੂਤ ਧਿਆਨ ਰੱਬ ਨਾਲ ਜੁੜਿਆ ਰਹਿੰਦਾ, ਇਹਦੀ ਵਿਭੂਤੀ ਕਰਦੇ ਨੇ। ਖਿੰਥਾ ਦਾ ਅਰਥ ਹੁੰਦਾ ਗੋਦੜੀ ਪਾਣੀ, ਫਟੇ ਪੁਰਾਣੀਆਂ ਲੀਰਾਂ ਇਕੱਠੀਆਂ ਕਰੀ ਜਾਂਦੇ ਸਨ, ਜੋੜੀ ਜਾਣੀਆਂ, ਉਹਦਾ ਝੱਗਾ ਬਣਾ ਲੈਣਾ, ਉਹਨੂੰ ਪਾਉਣਾ। ਹੁਣ ਲੀਰਾਂ ਦਾ ਮਤਲਬ ਕੀ ਹੈ? ਉਹ ਫਟ ਗਿਆ ਕੱਪੜਾ, ਬਿਨਸਨਹਾਰ ਹੈ, ਖਤਮ ਹੈ, ਕੁਛ ਵੀ ਨਹੀਂ ਹੈ, ਤੇਰਾ ਸ਼ਰੀਰ ਵੀ ਕਿਨੇ ਫਟ ਜਾਣਾ। ਹੁਣ ਖਿੰਥਾ ਦੇ ਪਾ ਲਈ, ਮੌਤ ਚੇਤੇ ਹੀ ਨਹੀਂ। ਅਸਲ ਜੋਗੀ ਮੌਤ ਨੂੰ ਚੇਤੇ ਰੱਖਦੇ ਹਨ, ਇਹ ਹੈ ਉਹਨਾਂ ਦੀ ਖਿੰਥਾ। ਕੁਆਰੀ ਕਾਇਆ ਜੁਗਤ, ਇੱਥੇ ਵਿਸ਼ਰਾਮ ਦੇਣਾ ਹੈ। ਆਪਣੀ ਕਾਇਆ ਨੂੰ ਵਿਕਾਰਾਂ ਤੋਂ ਪਾਸੇ ਰੱਖਣਾ, ਕੁਆਰਾ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਪਾਸੇ ਰੱਖਣਾ, ਇਹ ਹੈ ਜੁਗਤੀ। ਇੱਥੇ ਧਿਆਨ ਲਾਓ ਜੀ, ਇੱਥੇ ਧਿਆਨ ਲਾਓ ਜੀ, ਧੁਨੀ ਤੇ ਧਿਆਨ ਲਾਓ ਜੀ, ਇਦਾਂ ਕੁਝ ਨਹੀਂ ਹੋਣਾ। ਆਪਣੀ ਕਾਇਆ ਨੂੰ ਵਿਕਾਰਾਂ ਤੋਂ ਪਾਸੇ ਰੱਖਣਾ, ਇਹ ਹੈ ਅਸਲ ਜੁਗਤੀ। ਡੰਡਾ ਪ੍ਰਤੀਤ ਮੈਨੇ ਵਿਸ਼ਵਾਸ, ਰੱਬ ਤੇ ਪੂਰਨ ਭਰੋਸਾ ਹੋਣਾ, ਇਹ ਹੈ ਉਹਨਾਂ ਦਾ ਡੰਡਾ। ਆਈ ਪੰਥੀ ਸਗਲ ਜਮਾਤੀ, ਸਾਰਿਆਂ ਨੂੰ ਆਪਣਾ ਜਮਾਤੀ ਸਮਝਣਾ। ਬੜੀ ਵੱਡੀ ਗੱਲ ਹੈ। ਜਮਾਤੀ ਬੰਦਾ ਕੀ ਹੰਕਾਰ ਕਰੇਗਾ? ਤੂੰ ਵੀ 12ਵੀਂ ਵਿੱਚ, ਮੈਂ ਵੀ 12ਵੀਂ ਵਿੱਚ, ਕੌਣ ਵੱਡਾ? ਦੋਵੇਂ ਬਰਾਬਰ। ਤੇਰੀ ਵੀ ਹੋਈ ਕਲਾਸ, ਮੇਰੀ ਵੀ ਹੋਈ ਕਲਾਸ। ਹੁਣ ਜੋ ਸਾਰਿਆਂ ਨੂੰ ਆਪਣਾ ਜਮਾਤੀ ਸਮਝ ਲਿਆ ਤੇ ਫਿਰ ਆਪਣੇ ਨੂੰ ਵੱਡਾ ਤਾਂ ਨਹੀਂ ਗਿਣੇਗਾ, ਸਭ ਨੂੰ ਆਪਣੇ ਵਰਗਾ ਬਣੇਗਾ। ਹੁਣ ਆਈ ਪੰਥੀ, ਕਿਉਂਕਿ ਇਹਨਾਂ ਦੇ ਫਿਰਕੇ ਨੇ, ਉਹਦੇ ਵਿੱਚੋਂ ਸ੍ਰੇਸ਼ਟ ਫਿਰਕਾ ਜੋ ਕਹਾਉਂਦਾ ਉਹ ਆਈ ਪੰਥੀ ਹੈ। ਮੈਨੂੰ ਕਹਿ ਲੈਣ ਦੇਣਾ, ਧਾਰਮਿਕ ਸਥਾਨ ਹੋਵੇ, ਧਾਰਮਿਕ ਪਰਵ ਕਹਿ ਕੇ ਮਨਾਇਆ ਜਾਵੇ ਤੇ ਉੱਥੇ ਕਤਲ ਹੋ ਜਾਣ, ਤੇ ਕਤਲ ਕਰਨ ਵਾਲੇ ਵੀ ਉਹ ਜਿਹਨਾਂ ਨੂੰ ਧਰਮੀ ਕਿਹਾ ਜਾਂਦਾ। ਤੇ ਹਥਿਆਰ ਕਿਹੜੇ? ਉਹ ਹਥਿਆਰ ਜਿਨ੍ਹਾਂ ਨੂੰ ਉਸਤਤ ਕਰੀਏ, ਚਿਮਟੇ ਮਾਰੇ ਇੱਕ ਦੂਏ ਦੇ, ਢੋਲਕੀਆਂ ਮਾਰੀਆਂ ਇੱਕ ਦੂਏ ਦੀਆਂ, ਡਾਂਗਾਂ ਮਾਰੀਆਂ ਇੱਕ ਦੂਏ ਦੇ, ਟੱਲੀਆਂ ਮਾਰੀਆਂ ਇੱਕ ਦੂਜੇ ਦੇ। ਕੁੰਭ ਦੇ ਮੇਲੇ 'ਚ ਕਦੇ ਨਜ਼ਾਰਾ ਵੇਖਣਾ ਤੁਸੀਂ? ਕਾਰਨ ਕੀ? ਸਾਡਾ ਫਿਰਕਾ ਸ੍ਰੇਸ਼ਟ ਹੈ, ਅਸੀਂ ਪਹਿਲਾਂ ਨਹਾਉਣਾ ਹੈ, ਤੁਹਾਡੇ ਝੂਠੇ ਪਾਣੀ 'ਚ ਅਸੀਂ ਨਹੀਂ ਨਹਾਉਂਦੇ। ਹਜ਼ੂਰ ਕਹਿਣ ਲੱਗੇ ਨਾ, ਇਹ ਅਸਲ ਜੋਗੀ ਨਹੀਂ। ਅਸਲ ਜੋਗੀ ਉਹ ਜੋ ਸਭ ਨੂੰ ਆਪਣੇ ਬਰਾਬਰ ਸਮਝਦੇ ਹਨ। ਆਈ ਪੰਥੀ ਸਗਲ ਜਮਾਤੀ, ਦੂਜਿਆਂ ਨੂੰ ਜਿੱਤਣਾ, ਰਿੱਧੀਆਂ ਸਿੱਧੀਆਂ ਨਾਲ ਮੁਕਾਬਲੇ ਹੋਇਆ ਕਰਦੇ ਸਨ। ਕਦੇ ਪੜ੍ਹ ਕੇ ਵੇਖੋ, ਚਰਪਟ ਨਾਥ ਗੁਰੂ ਜਿਵੇਂ ਭੁੱਲਦਾ ਨਾ ਹੋਵਾਂ, ਤੇ ਉਹਦੇ ਚੇਲਿਆਂ ਨੇ ਉਹਨੂੰ ਲਿੱਦ ਨਾਲ ਭਰ ਦਿੱਤਾ। ਕਿਉਂ ਹਾਰ ਕੇ ਕਿਉਂ ਆਏ? ਮੁਕਾਬਲੇ ਹੋਇਆ ਕਰਦੇ ਸਨ ਇਹਨਾਂ ਦੇ ਆਪਸ ਵਿੱਚ, ਦੂਜੇ ਨੂੰ ਜਿੱਤਣਾ ਹੀ ਬਹੁਤ ਵੱਡੀ ਗੱਲ ਹੈ। ਹਜ਼ੂਰ ਕਹਿੰਦੇ ਨਹੀਂ, ਅਸਲ ਜੋਗੀ ਦੂਜਿਆਂ ਨੂੰ ਨਹੀਂ ਜਿੱਤਦੇ, ਆਪਣੇ ਆਪ ਨੂੰ ਜਿੱਤਦੇ। ਮਨ ਜਿੱਤੈ ਜਗ ਜੀਤ, ਮਨ ਜਿੱਤਣ ਨਾਲ ਹੀ ਸਮਝੋ ਜਗ ਜਿੱਤਿਆ ਗਿਆ, ਇਹ ਸਮਝਦੇ ਨੇ। ਉਹ ਫਿਰ ਨਮਸਕਾਰ ਕਿਸੇ ਖਾਸ ਦੇਵੀ ਦੇਵਤੇ ਨੂੰ ਨਹੀਂ ਕਰਦੇ, ਉਹਨਾਂ ਦੀ ਨਮਸਕਾਰ ਕਿਹਨੂੰ ਹੈ? ਆਦੇਸ਼, ਕਿਸ ਹੈ ਆਦੇਸ਼ ਜੋ ਸਭ ਦਾ ਮੁੱਢ ਹੈ, ਅਨੀਲ ਦੋਸ਼ ਰਹਿਤ ਹੈ, ਅਨਾਦ ਜਿਹਦਾ ਆਪਣਾ ਮੁੱਢ ਨਹੀਂ, ਜੋ ਨਾਸ਼ ਰਹਿਤ ਹੈ, ਅਨਾਹਤ, ਤੇ ਜੁਗਾ ਦਿਗੰਤਰਾਂ ਤੋਂ ਇੱਕੋ ਜਿਹਾ ਹੈ। ਤੇ ਜੋਗੀ ਲੋਕ ਨਾ, ਜੋ ਆਟਾ ਮੰਗਿਆ ਇਹਦੇ ਕੋਲ ਮੰਗਿਆ, ਉਹਦੇ ਕੋਲ ਮੰਗਿਆ, ਤੇ ਚੂਰਮਾ ਜਿਹਾ ਬਣਾ ਲੈਂਦੇ ਸਨ, ਜਿਹਨੂੰ ਪੰਜੀਰੀ ਕਹਿ ਦਿੰਦੇ ਅੱਜ ਕੱਲ੍ਹ ਦੀ ਭਾਸ਼ਾ ਵਿੱਚ। ਜਿਹੜੇ ਅਸਲ ਜੋਗੀ ਨੇ ਉਹਨਾਂ ਕੋਲ ਵੀ ਚੂਰਮਾ ਹੈ। ਇਹ ਪੰਜੀਰੀ ਖਾ ਕੇ ਸਰੀਰ ਤਾਕਤਵਰ ਹੋ ਜਾਏਗਾ, ਪਰ ਉਹ ਤੇ ਆਤਮਾ ਨੂੰ ਤਾਕਤਵਰ ਕਰਦੇ ਨੇ ਨਾ, ਉਹ ਕਿਹੜਾ ਚੂਰਮਾ ਹੈ? ਗਿਆਨ ਰੂਪੀ ਚੂਰਮਾ। ਫਿਰ ਇਹ ਨਹੀਂ ਕਿ ਆਪਣੇ ਕੋਲ ਰੱਖਿਆ, ਕਿਸ ਨੂੰ ਦੇਣਾ ਹੀ ਨਹੀਂ। ਬਾਬੇ ਨਾਨਕ ਕੋਲ ਗਿਆਨ ਸੀ ਨਾ, ਉਹ ਵੰਡਣ ਵਾਸਤੇ ਤੁਰ ਪਿਆ। ਲੁਕੋਇਆ ਕਿਸੇ ਕੋਲੋਂ? ਭਾਵੇਂ ਠੱਗ ਆਇਆ ਉਹਦੇ ਸਾਹਮਣੇ ਵੀ ਰੱਖ ਦਿੱਤਾ, ਆਇਆ ਰੱਬ ਦਾ ਸੁਨੇਹਾ। ਰਾਖਸ਼ ਬਿਰਤੀ ਵਾਲਾ ਆਇਆ, ਆਇਆ ਰੱਬ ਦਾ ਸੁਨੇਹਾ, ਉਹਨੂੰ ਲੁਕੋਇਆ ਨਹੀਂ, ਸਗੋਂ ਵੰਡਿਆ। ਕਿਉਂ? ਕਿਉਂਕਿ ਦਇਆ ਹੈ ਉਹਨਾਂ ਦੇ ਅੰਦਰ। ਹੋਰ ਕਈ ਬੰਦਿਆਂ ਨੂੰ ਮਾਰੇਗਾ ਇਹ, ਕਈ ਬੰਦੇ ਨੂੰ ਭੁੱਲ ਕੇ ਖਾਏਗਾ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਭੋਗਤ ਗਿਆਨ ਦਇਆ ਭੰਡਾਰਨ, ਜੋ ਦਇਆ ਹੈ ਅੰਦਰ, ਇਹ ਉਸ ਗਿਆਨ ਨੂੰ ਵਰਤਾਉਣ ਵਾਲੀ ਹੈ। ਅਸੀਂ ਤੇ ਸਿਖਾ ਕੇ ਰਾਜੀ ਨਹੀਂ ਕਿ ਇਹ ਮੇਰੇ ਮੁਕਾਬਲੇ 'ਚ ਨਾ ਆ ਜਾਏ। ਪਰ ਗੁਰੂ ਨਾਨਕ ਸਾਹਿਬ ਨੇ ਭਾਈ ਲੈਣਾ ਜਿਹਨੂੰ ਕੀ ਕੀਤਾ ਭਲਾ? ਆਪਣਾ ਹੀ ਰੂਪ ਬਣਾ ਲਿਆ, ਆਪਣਾ ਹੀ ਰੂਪ ਬਣਾ ਕੇ ਆਪ ਹੀ ਮੱਥਾ ਟੇਕ ਦਿੱਤਾ, ਆਪਣੀ ਗੱਦੀ ਤੇ ਆਪ ਬਿਠਾ ਕੇ।
ਗੁਰੂ ਆ ਕਰਦਾ ਲੁਕਾਉਂਦਾ ਨਹੀਂ ਹੈ, ਸਗੋਂ ਵੰਡਦਾ ਹੈ। ਦਇਆ ਜਿਹੜੀ ਹੈ ਗਿਆਨ ਦੀ ਵਰਤਾਵੀ ਹੈ। ਫਿਰ ਇਹ ਨਹੀਂ ਕਿ ਸਵੇਰੇ ਹੀ ਗੱਲ ਕਰਨੀ ਰੱਬ ਦੀ ਜਾਂ ਸ਼ਾਮ ਨੂੰ ਹੀ ਕਰਨੀ ਗੱਲ। ਕਿਉਂਕਿ ਜੋਗੀ ਲੋਕ ਤਿਆਰ ਕਰਦੇ ਸਨ, ਉਹਨਾਂ ਵਿੱਚ ਇੱਕ ਵਰਤਾਉਣ ਵਾਲਾ ਹੁੰਦਾ ਸੀ। ਫਿਰ ਉਹ ਖਾਸ ਸਮੇਂ ਉਹ ਨਾਦ ਫੂਕਦੇ ਸਨ। ਜਿਵੇਂ ਆਪਾਂ ਕਈ ਵਾਰ ਘੰਟੀ ਵਜਾਉਂਦੇ ਹਾਂ ਵੀ ਸਭ ਨੂੰ ਪਤਾ ਲੱਗ ਜਾਏ ਵੀ ਹੁਣ ਖਾਣ ਦਾ ਸਮਾਂ ਹੋ ਗਿਆ, ਸਾਰੇ ਇਕੱਠੇ ਹੋ ਜਾਂਦੇ ਸਨ। ਫਿਰ ਦਰਜਾ ਬਦਰਜਾ ਜਿਹੜਾ ਉੱਥਾ ਮੁਖੀ ਹੈ ਉਹਨੂੰ ਪਹਿਲਾਂ ਦੇਣਾ, ਜਿਹੜਾ ਦੂਜੇ ਨੰਬਰ ਤੇ ਫਿਰ ਉਹਨੂੰ ਦੇਣਾ, ਸਤਿਕਾਰ ਨਾਲ ਦੇਣਾ ਥੋੜਾ ਜਿਹਾ, ਫਿਰ ਬਾਕੀਆਂ ਤੇ ਵੰਡ ਦੇਣਾ। ਬਿਲਕੁਲ ਉਸੇ ਢੰਗ ਦੇ ਨਾਲ ਗੱਲ ਕੀਤੀ ਜਾ ਰਹੀ ਹੈ। ਜੋ ਅਸਲ ਜੋਗੀ ਨੇ ਉਹ ਗਿਆਨ ਰੂਪੀ ਚੂਰਮਾ, ਦਇਆ ਹੈ ਵਰਤਾਵੀ, ਤੇ ਹਰੇਕ ਹਿਰਦੇ ਵਿੱਚ ਜੋ ਨਾਦ ਵੱਜ ਰਿਹਾ। ਨਬਜ਼ ਚੈੱਕ ਕਰਦੇ ਆ ਨਾ, ਆਵਾਜ਼ ਆਉਂਦੀ ਹੈ ਨਾ, ਸਟੈਥੋਸਕੋਪ ਦੇ ਨਾਲ ਸੁਣਦੇ ਆ ਨਾ, ਟਕ ਟਕ ਇਹ ਨਾਦ ਹੀ ਵੱਜ ਰਿਹਾ। ਇਹ ਕਹਿ ਰਿਹਾ ਵਰਤਾਓ, ਗਿਆਨ ਵਰਤਾਓ, ਗਿਆਨ ਖਾਓ। ਭਾਵ ਹਰ ਵੇਲੇ ਰੱਬ ਦੀ ਵਡਿਆਈ ਕਰਦੇ ਹਨ। ਆਪ ਨਾਥ, ਉਹਨਾਂ ਲਈ ਰੱਬ ਆਪ ਹੈ ਮਾਲਕ। ਉਹ ਆਪ ਮੁਖੀ ਬਣ ਕੇ ਨਹੀਂ ਬਹਿ ਜਾਂਦੇ। ਨਾਥੀ ਸਭ ਜਾ ਕੇ ਸਾਰੀ ਸ੍ਰਿਸ਼ਟੀ ਤੇ ਹੁਕਮ ਚ ਨੱਥੀ ਹੋਈ ਹੈ। ਉਹ ਆਪ ਨਹੀਂ ਕੁਝ ਸਮਝਦੇ ਮੈਂ ਇਹਨੂੰ ਸ਼ਰਾਬ ਦੇ ਦੇਵਾਂ ਜਾਂ ਮੈਂ ਇਹਨੂੰ ਵਰਦਾਨ ਦੇ ਦੇਵਾਂ, ਮੇਰੇ ਕਹਿਣ ਕਰਕੇ ਇਹਦੇ ਘਰ ਲੜਕਾ ਹੋ ਜਾਏਗਾ ਤੇ ਮੇਰੇ ਕਹਿਣ ਕਰਕੇ ਇਹਦੇ ਘਰ ਲੜਕਾ ਮਰ ਜਾਏਗਾ। ਨਾ, ਉਹ ਜਾਣਦੇ ਨੇ ਮਾਲਕ ਹੈ ਕਿ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਵਿੱਚ ਨੱਥੀ ਹੋਈ ਹੈ। ਤੇ ਇੱਕ ਗੱਲ ਕਹਿੰਦੇ ਨੇ, ਰਿੱਧ ਸਿੱਧ ਅਵਰਾ ਸਾਧ, ਰਿੱਧ ਸਿੱਧ ਅਵਰਾ ਸਾਧ, ਰਿੱਧ ਸਿੱਧ ਅਵਰਾ ਸਾਧ, ਰਿੱਧ ਸਿੱਧ ਅਵਰਾ ਸਾਧ। ਰਿੱਧੀਆਂ ਸਿੱਧੀਆਂ 'ਚ ਨਹੀਂ ਫਸਦੇ, ਸਗੋਂ ਕਹਿੰਦੇ ਕਿ ਹੋਰ ਹੀ ਸਵਾਦ ਨੇ। ਰੱਬ ਦੇ ਘਰ ਤੋਂ ਕਿਤੇ ਹੋਰ ਪਾਸੇ ਲੈ ਕੇ ਜਾਣ ਵਾਲੇ ਸਵਾਦ। ਭਾਵ ਉਹਨਾਂ ਦਾ ਮਨੋਰਥ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨਾ ਨਹੀਂ ਹੈ। ਅਸੀਂ ਤੇ ਬੜੇ ਖੁਸ਼, ਉਹਨੇ ਇੰਝ ਕੀਤਾ ਜੀ ਉਹਨੇ ਵਿਭੂਤੀ ਕੱਢ ਲਈ, ਉਹਨੇ ਇੰਝ ਕੀਤਾ ਜੀ ਉਹਨੇ ਧੂੜੀ ਕੱਢ ਲਈ, ਉਹਨੇ ਫੋਟੋ ਵਿੱਚ ਧੂੜੀ ਡਿੱਗ ਰਹੀ ਹੈ ਜੀ। ਕੋਈ ਇਸ ਤਰ੍ਹਾਂ ਕਰਕੇ ਹੱਥ ਵਿੱਚ ਕੋਈ ਫਲ ਲਿਆਵੇ, ਅਸੀਂ ਹੱਥ ਜੋੜ ਲੈਂਦੇ। ਪੜ੍ਹਦੇ ਅਸੀਂ ਰੋਜ਼ ਰਿੱਧ ਸਿੱਧ ਅਵਰਾ ਸਾਧ। ਰਿੱਧੀਆਂ ਸਿੱਧੀਆਂ ਹੋਰ ਸਵਾਦ ਨੇ। ਅਸੀਂ ਚੱਕਰਾਂ 'ਚ ਨਹੀਂ ਪੈਣਾ। ਲੋਕ ਹੱਥ ਦੀ ਸਫਾਈ ਦਿਖਾ ਦਿਖਾ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੈ, ਤੇ ਜੋ ਰਿੱਧੀਆਂ ਸਿੱਧੀਆਂ ਤੇ ਭਰੋਸਾ ਰੱਖਣ ਵਾਲੇ ਉਹ ਫਸ ਜਾਂਦੇ ਆ। ਪਰ ਅਸਲ ਜੋਗੀਆਂ ਨੂੰ ਪਤਾ ਹੈ ਵੀ ਇਹ ਰਸਤਾ ਠੀਕ ਹੀ ਨਹੀਂ ਹੈਗਾ। ਉਹ ਕਹਿੰਦੇ ਨੇ ਭਾਵੇਂ ਹੋਵੇ ਜਨਮ ਤੇ ਭਾਵੇਂ ਹੋਵੇ ਮਰਨ, ਦੋਹੇ ਬਹੁਤ ਵਧੀਆ। ਕਿਉਂ? ਸੰਜੋਗ ਮਿਲਣਾ, ਵਿਜੋਗ ਵਿਛੜਨਾ, ਜਨਮ ਤੇ ਮਰਨ, ਸੰਜੋਗ ਵਿਜੋਗ ਦੋਏ ਕਾਰ ਚਲਾਵੇਂ। ਸੰਸਾਰ ਦੀ ਕਾਰ ਦੋਨੋਂ ਰਲ ਕੇ ਚਲਾ ਰਹੇ ਨੇ। ਦੋ ਪੰਖਾਂ ਦੇ ਸਹਾਰੇ ਪੰਛੀ ਉੱਡਦਾ, ਕਵੇ ਇੱਕ ਪੰਖ ਹੋਣਾ ਨਹੀਂ ਚਾਹੀਦਾ, ਉੱਡੇਗਾ ਵੀ ਕਿਵੇਂ? ਜੇ ਖਾਲੀ ਜਨਮ ਹੋਈ ਜੇ ਕੋਈ ਮਰੇ ਹੀ ਨਾ, ਸੋਚ ਕੇ ਵੇਖੋ ਕਿ ਕੀ ਹਾਲਤ ਹੋਏਗੀ। ਸਾਨੂੰ ਕਹਿੰਦੇ ਨਹੀਂ, ਜੋ ਅਸਲ ਜੋਗੀ ਨੇ ਉਹਨਾਂ ਨੂੰ ਜਨਮ ਵੀ ਪ੍ਰਵਾਨ ਹੈ ਤੇ ਉਹਨਾਂ ਨੂੰ ਮਰਨ ਵੀ ਪ੍ਰਵਾਨ ਹੈ। ਕਿਉਂਕਿ ਪਤਾ ਹੈ ਸੰਸਾਰ ਦੀ ਕਾਰ ਮੇਰੇ ਮਾਲਕ ਨੇ ਚਲਾਈ, ਦੁੱਖ ਸੁੱਖ ਇੱਕੋ ਚੀਜ਼ ਹੈ। ਲੇਖੇ ਆਵ ਹੈ ਭਾਗ, ਤੇ ਜੋ ਜੋ ਮਨੁੱਖ ਦੇ ਲੇਖੇ ਉਹਦੇ ਭਾਗਾਂ ਵਿੱਚ ਆ ਗਿਆ ਸਭ, ਉਹ ਭਾਗ ਆ ਜਾਂਦੇ ਹਨ। ਪੰਛੀ ਨੂੰ ਉੱਡਣਾ ਆ ਜਾਂਦਾ ਹੈ, ਸੱਪ ਨੂੰ ਰਿੰਗਣਾ ਆ ਜਾਂਦਾ ਹੈ, ਮੱਛੀ ਨੂੰ ਪਾਣੀ ਵਿੱਚ ਰਹਿਣਾ ਆ ਜਾਂਦਾ ਹੈ, ਬਬੀਹੇ ਨੂੰ ਮੀਂਹ ਤੋਂ ਇਲਾਵਾ ਪਾਣੀ ਨਾ ਪੀ ਕੇ ਜੀਣਾ ਆ ਜਾਂਦਾ। ਸਵਾਂਤੀ ਬੂੰਦ ਤੇ ਸਬਰ ਕਰ ਲੈਂਦਾ, ਉਹਦੇ ਲੇਖੀ ਹੈ, ਭਾਗ ਹੀ ਹੈ ਨਾ। ਹਰੇਕ ਨੂੰ ਜੋ ਜੋ ਮੇਰੇ ਮਾਲਕ ਨੇ ਦਿੱਤਾ, ਜਿਸ ਯੋਗ ਬਣਾਇਆ ਉਹ ਕਰਨ ਯੋਗ ਹੈ। ਅਸੀਂ ਦਿਮਾਗ ਵਰਤ ਰਹੇ ਹਾਂ ਨਾ, ਕਿਉਂਕਿ ਦਿਮਾਗ ਦਿੱਤਾ ਹੈ ਉਹ। ਅਸੀਂ ਹੱਥਾਂ ਦੇ ਕੰਮ ਲੈ ਰਹੇ ਹਾਂ, ਕਿਉਂ? ਕਿਉਂਕਿ ਇਹਨੇ ਭਾਗ ਦਿੱਤੇ ਆ ਸਾਨੂੰ। ਹਰੇਕ ਦੇ ਲੇਖੇ ਦੇ ਮੁਤਾਬਕ ਉਹਨਾਂ ਨੂੰ ਭਾਗ ਮਿਲੇ ਹਨ, ਜਿਸ ਸਦਕਾ ਉਹ ਆਪਣਾ ਜੀਵਨ ਜਿਹੜਾ ਨਿਰਵਾਹ ਕਰ ਰਹੇ ਹਨ। ਅਸਲ ਜੋਗੀਆਂ ਨੂੰ ਪਤਾ ਹੈ, ਇਸ ਕਰਕੇ ਉਹ ਉਲਾਮਾ ਨਹੀਂ ਦਿੰਦੇ ਕਿਸੇ ਨੂੰ, ਉਹ ਤਾਂ ਨਮਸਕਾਰ ਕਰਦੇ ਹਨ ਅਕਾਲ ਪੁਰਖ ਵਾਹਿਗੁਰੂ ਅੱਗੇ, ਜੋ ਸਭ ਦਾ ਮੁੱਢ ਹੈ, ਦੋਸ਼ ਰਹਿਤ ਹੈ, ਜਿਹਦਾ ਨਾਸ਼ ਨਹੀਂ ਹੁੰਦਾ, ਜਿਹਦਾ ਆਪਣਾ ਕੋਈ ਮੁੱਢ ਨਹੀਂ, ਤੇ ਜੋ ਜੁਗਾਂ ਜੁਗੰਤਰਾਂ ਤੋਂ ਇੱਕੋ ਜਿਹਾ ਰਹਿੰਦਾ। 9:15 ਤੱਕ ਹੁਕਮ ਹੋਇਆ ਸੀ, 5 ਮਿੰਟ ਵੱਧ ਲੈ ਚੁੱਕੇ ਹਾਂ ਜੀ। ਮੈਂ ਮਾਫੀ ਮੰਗਦਾ ਹਾਂ, ਕਿਉਂਕਿ ਥੋੜੀ ਵਿਚਾਰ ਥੋੜੀਆਂ ਲੰਮੀਆਂ ਸਨ। ਜਿਵੇਂ ਮੇਰੇ ਮਾਲਕ ਨੇ ਰਹਿਮਤ ਕੀਤੀ ਹੈ, ਆਪ ਸਮੂਹ ਸੰਗਤ ਦੀ ਸੇਵਾ ਕਰ ਸਕੇ ਹਾਂ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ